ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੀ ਆਇਆਂ ਨੂੰ। ਟੁਡੇ ਇਜ਼ ਜਨਵਰੀ 15th 2022 ਤੇ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਜਿਹੜੀਆਂ ਆਈਆਂ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਹਾਂ। ਕੁਛ ਕੁ ਮੈਂ ਦੱਸ ਦਿੰਦਾ, ਫਿਰ ਕੁਛ ਕੁ ਤੁਸੀਂ ਦੱਸ ਦਿਓ। ਤੇ ਹੁਣ ਸੁਣ ਚ ਆਇਆ ਪਿੱਛੇ ਇਹਦੇ ਪਿਛਲੀ ਖਬਰ ਜਦੋਂ ਆਪਾਂ ਦਿੱਤੀ ਸੀ ਕਿ ਟਰੱਕਾਂ ਦੀ ਜਿਹੜੀ ਉਹ ਮੈਂਡੇਟ ਲਾ ਰਹੇ ਨੇ ਕ੍ਰਾਸ ਬਾਰਡਰ ਵਾਲੀ, ਉਹ ਕੈਨੇਡੀਅਨ ਸਰਕਾਰ ਨੇ ਹਟਾ ਦਿੱਤੀ ਸੀ। ਪਰ ਉਸੇ ਦਿਨ ਇੱਕ ਦਿਨ 'ਚ ਹੀ ਉਹਨਾਂ ਨੇ ਯੂ ਟਰਨ ਮਾਰ ਕੇ ਫੇਰ ਪੱਕੀ ਕਰਤੀ ਮੈਂਡੇਟਸ। ਤੇ ਅੱਜ ਮੈਂ ਹੁਣ ਦੇਖੀਆਂ ਖਬਰਾਂ, ਉਹ ਇਨ ਇਫੈਕਟ ਹੋ ਚੁੱਕਿਆ। ਮਤਲਬ ਜੇ ਵੀ ਕੋਈ ਟਰੱਕਰ ਆ ਅਨਵੈਕਸੀਨੇਟਡ ਆ, ਉਹਨਾਂ ਨੂੰ ਟੀਕੇ ਲਗਾਏ ਤੋਂ ਬਗੈਰ ਕ੍ਰਾਸ ਬਾਰਡਰ ਜਾਣ ਨਹੀਂ ਦੇਣਾ। ਇਹਦਾ ਸਿੱਧਾ ਲੌਜਿਸਟਿਕ ਸਪਲਾਈ ਦੇ ਅਸਰ ਹੋਣਾ ਬਹੁਤ ਵੱਡਾ। ਤੇ ਹੋ ਸਕਦਾ ਆਉਂਦੇ ਦਿਨਾਂ 'ਚ ਜਿਹੜੇ ਟਰੱਕਰ ਨੇ ਜਿਹੜੇ ਨਹੀਂ ਵੈਕਸੀਨ ਲਵਾਈ, ਉਹ ਜੇ ਉਹ ਟ੍ਰੇਡ ਬੰਦ ਹੋ ਗਿਆ ਤਾਂ ਆਪਣੇ ਗਰੋਸਰੀ ਵਗੈਰਾ ਸਟੋਰਾਂ 'ਚ ਵੀ ਹੋਰ ਕਿਤੇ ਵੀ ਬਹੁਤ ਵੱਡਾ ਇਹਦਾ ਅਸਰ ਹੋ ਸਕਦਾ ਫੂਡ ਸਪਲਾਈ ਚੇਨ ਤੇ ਹੋਰ ਵੀ ਚੀਜ਼ਾਂ ਤੇ ਬਾਕੀ ਇੱਕ ਹੋਰ ਮੈਂ ਖਬਰ ਦੇਖੀ ਹੈ ਕਿ 900 ਤੋਂ ਵੱਧ ਕੈਨੇਡੀਅਨ ਮਿਲਟਰੀ ਪਰਸਨਲ ਜਿਹੜੇ ਫੌਜੀ ਨੇ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਸੀ, ਪਤਾ ਨਹੀਂ ਕਿੰਨੇ ਹੋਰ ਹੋਣੇ ਜਿਨ੍ਹਾਂ ਨੇ ਨਹੀਂ ਲਵਾਏ, ਪਰ ਐਟਲੀਸਟ ਜਿਹੜੇ 900 ਫੌਜੀ ਉਹਨਾਂ ਦੇ ਕਾਰਵਾਈ ਸ਼ੁਰੂ ਕੀਤੀ ਗਈ ਹੈ, ਲੀਗਲ ਪ੍ਰੋਸੀਡਿੰਗਸ ਸ਼ੁਰੂ ਕੀਤੀਆਂ ਗਈਆਂ। ਇਹ ਇੱਕ ਮੈਨੂੰ ਸਮਝ ਮੁਤਾਬਕ ਮੇਰੇ ਇੱਕ ਬਹੁਤ ਵੱਡੀ ਧਮਕੀ ਹੈ। ਜੇ ਕੋਈ ਕਿਸੇ ਦੀ ਕਿ ਕੋਈ ਜੇ ਨਹੀਂ ਲਵਾਉਣਾ ਚਾਹੁੰਦਾ, ਆਪਦੀ ਬੋਡੀ 'ਚ ਕੋਈ ਅਜਿਹੀ ਚੀਜ਼ ਨਹੀਂ ਪਾਉਣਾ ਚਾਹੁੰਦਾ ਜਿਹੜੀ ਹਜੇ ਪੂਰੀ ਟੈਸਟਡ ਨਹੀਂ, ਕੀ ਕੁਛ ਨਹੀਂ, ਕੋਈ ਰਿਸਰਚ ਨਹੀਂ ਖਾਸ ਉਹਦੇ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਹੋਰਨਾਂ ਫੌਜੀਆਂ ਨੂੰ ਜਾਂ ਹੋਰ ਪਾਸੇ ਕਿ ਅਸੀਂ ਫੌਜ ਵਿੱਚ ਨਹੀਂ ਸਖਤੀ ਕਰ ਰਹੇ ਹਾਂ, ਤੁਹਾਡੇ ਨਾਲ ਵੀ ਸਖਤੀ ਕਰਾਂਗੇ। ਤੇ ਜੇ ਹੋ ਸਕਦਾ ਕੱਲ ਨੂੰ ਕਿਤੇ ਫੌਜ ਦੀ ਲੋੜ ਪਏਗੀ, ਕੋਈ ਏਦਾਂ ਦਾ ਨਾ ਵਿੱਚ ਹੋਵੇ ਜਿਹੜਾ ਕਿ ਉਹ ਰੈਸਿਸਟ ਕਰ ਸਕੇ ਕਿ ਪਹਿਲਾਂ ਹੀ ਅਜਿਹਿਆਂ ਤੇ ਕਾਰਵਾਈ ਕਰਾ ਦੇ। ਠੀਕ ਹੈ ਜੀ। ਹੋਰ ਤੁਸੀਂ ਆਪਦੇ ਇਲਾਕੇ 'ਚ ਕੋਈ ਖਬਰ ਹੈਗੀ ਹੈ ਦੱਸੋ, ਜਾਂ ਇਸ ਬਾਰੇ ਕੀ ਵਿਚਾਰ ਨੇ ਜਾਂ ਹਾਂਜੀ। ਹਾਂਜੀ ਪ੍ਰੇਮਪਾਲ ਵੀਰ ਜੀ ਜਾਂ ਭੈਣ ਜੀ, ਤੁਸੀਂ ਤੁਹਾਡੇ ਉਧਰ ਕੀ ਨਵੀਂ ਆ? ਹੈਲੋ, ਸੁਣਦਾ ਤੁਹਾਨੂੰ? ਆਵਾਜ਼ ਨਹੀਂ ਆ ਰਹੀ ਵੀਰ ਜੀ ਤੁਹਾਡੀ। ਹੈਲੋ। ਹਾਂਜੀ 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 ਵੀਰ ਜੀ। ਹਾਂਜੀ ਕਮਲਜੀਤ ਜੀ। ਹਾਂਜੀ, ਤੁਹਾਡੇ ਉਧਰ ਕੀ ਤਾਜ਼ਾ ਹੁਣ ਕੀ ਨਵਾਂ ਚੱਲ ਰਿਹਾ ਹੁਣ ontario ਵੱਲ? ਨਵਾਂ ਵੀਰ ਜੀ ਕਾਫੀ ਕੁਝ ਬੈਡ ਹੋ ਰਿਹਾ ਆ। ਲਾਈਕ ਕੰਮਾਂ ਕਾਰਾਂ ਦੇ ਵਿੱਚ ਵੀ ਹੁਣ ਬੜਾ ਕਰ ਰਹੇ ਆ ਇੰਟਰਫੇਰੈਂਸ, ਤੇ ਸਾਰਾ ਕੁਝ ਬੈਡ ਹੀ ਆ। 2 ਸਾਲ ਤੋਂ ਅਸੀਂ ਸੰਤਾਪ ਹੀ ਝੱਲ ਰਹੇ ਆ। ਹਾਂਜੀ, ਟਰੱਕਾਂ ਬਾਰੇ ਤੁਹਾਨੂੰ ਪਤਾ ਜਿਹੜਾ ਉਹ ਹੁਣ ਉਹਨਾਂ ਨੇ ਫੇਰ ਯੂ ਟਰਨ ਕਰਕੇ ਕਹਿੰਦੇ ਆ ਕਿ ਲਾਗੂ ਕਰਤਾ ਇਨ ਇਫੈਕਟ ਕਿ ਕ੍ਰਾਸ ਬਾਰਡਰ ਦਾ ਵੀ, ਕਿ ਉਹ ਜਾ ਨਹੀਂ ਸਕਦੇ ਬਿਨਾਂ ਟਿਕਟ ਤੋਂ। ਹਾਂਜੀ, ਉਹ ਟਰੱਕਾਂ ਬਾਰੇ ਵੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਸਟ੍ਰਾਈਕ ਉਹਨਾਂ ਨੇ ਕਦੋਂ ਕਰਨੀ ਹੈਗੀ ਆ। ਜਨਵਰੀ 23 ਕਹਿ ਰਹੇ ਨੇ, 23 ਤਰੀਕ। ਅੱਛਾ ਜੀ। ਹਾਂਜੀ, ਕੁਛ ਕੁ ਮੈਂ ਸੁਣਿਆ ਕਿ ਆਟੋਆਂ ਨੂੰ ਜਾ ਰਹੇ ਨੇ, ਕੁਛ ਕਹਿੰਦੇ ਕਿ ਜਿੱਥੇ ਵੀ ਤੁਸੀਂ ਹੈਗੇ ਆ ਟਰੱਕ ਉੱਥੇ ਹੀ ਖੜਾ ਲਿਓ। ਤੇ ਹੁਣ ਉਸ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਵੀ ਕੁਛ ਸਰੀ 'ਚ ਕੁਛ ਟਰੱਕਾਂ ਵੀਰਾਂ ਨਾਲ ਗੱਲਬਾਤ ਹੈਗੀ ਆ, ਰੱਖੀ ਹੋਈ ਆ, ਉਹਨਾਂ ਨਾਲ ਵੀ ਕਰਾਂਗੇ ਕਿ ਦੱਸਾਂਗੇ ਕਿ ਇਹ ਹੋ ਕੀ ਰਿਹਾ। ਬਹੁਤਿਆਂ ਨੂੰ ਤਾਂ ਪਤਾ ਹੀ ਆ, ਪਰ ਫਿਰ ਵੀ ਕਨੈਕਟ ਕਰਕੇ ਦੇਖੋ ਉਹਨਾਂ ਦੇ ਕੀ ਵਿਚਾਰ ਹੋਣਗੇ। ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ ਕਮਲਜੀਤ ਜੀ, ਕਿ ਜਿੱਦਾਂ ਹੁਣ ਸਾਡੇ ਕੰਮਾਂ ਦੇ ਵਿੱਚ ਵੀ ਹੁਣ ਇਹਨਾਂ ਨੇ ਕੀਤਾ, ਮੈਂ ਹੁਣ ਲਾਇਬਿਲਿਟੀ ਨੋਟਿਸ ਦਊਂਗਾ ਨਾ ਜਿਹੜਾ ਵੀ ਕੋਈ ਮੈਨੂੰ ਪੁੱਛੂਗਾ, ਕਿਉਂਕਿ ਹੁਣ ਜ਼ਿਆਦਾ ਸਟਰੋਂਗ ਹੋਣ ਦੀ ਲੋੜ ਆ। ਉੱਦਾਂ ਸਾਡੇ ਅੱਜ ਇੱਕ ਮੀਟਿੰਗ ਵੀ ਰੱਖੀ ਹੈ ਸ਼ਾਮ ਦੀ, ਆਪਣੇ ਜਿੰਨੇ ਵੀ ਆਪਣੇ ਮੈਂਬਰ ਹੈਗੇ ਆ ਇੱਥੇ ਦੇ ਟੋਰਾਂਟੋ ਦੇ, ਇੱਕ ਮੀਟਿੰਗ ਰੱਖੀ ਆ। ਹੁਣ ਥੋੜਾ ਜਿਹਾ ਸਰਗਰਮ ਹੋਣਾ ਪੈਣਾ ਆ, ਅਦਰਵਾਈਜ਼ ਇਟਸ ਵੈਰੀ ਵੈਰੀ ਡਿਫਿਕਲਟ। ਹੈਲੋ। ਹਾਂਜੀ ਹਾਂਜੀ, ਤੇ ਬਿਲਕੁਲ ਹਾਂਜੀ ਅਸੀਂ ਵੀ ਹੁਣ ਫੇਰ ਗੁਰਦੁਆਰੇ ਚੱਲੇ ਆ ਕੱਲ ਨੂੰ। ਆਪਦੇ ਵੱਲੋਂ ਪੂਰਾ ਦੱਸਣ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ, ਸੰਗਤ ਨੂੰ, ਕਿਉਂਕਿ ਅਸੀਂ ਹੁਣ
4 ਹਫ਼ਤੇ ਹੋ ਗਏ ਆ ਜਾਂਦਿਆਂ ਨੂੰ ਵੱਖਰੇ ਵੱਖਰੇ ਗੁਰਦੁਆਰੇ, ਤੇ ਜਦੋਂ ਸੰਗਤ ਇੱਥੇ ਨਾਲ ਗੁਰਦੁਆਰਾ ਸਾਹਿਬ ਮੀਟਿੰਗ ਰੱਖੀ ਅੱਜ ਠੀਕ ਤੇ 5 ਵਜੇ ਮੀਟਿੰਗ ਆ। ਲੈਟਸ ਸੀ ਹੋਪ ਫॉर ਦਾ ਬੈਸਟ। ਕਹਿੰਦੇ ਆ ਏਦਾਂ ਹੀ ਹੌਲੀ ਹੌਲੀ ਜਾਗ੍ਰਿਤੀ ਆਊਗੀ, ਇੱਕਦਮ ਤਾਂ ਕੁਝ ਨਹੀਂ ਹੋਣਾ। ਬਿਲਕੁਲ। ਜਿੰਨੇ ਨਾਲ ਅਸੀਂ ਗੱਲਾਂ ਕੀਤੀਆਂ ਸੰਗਤ ਨਾਲ ਗੁਰਦੁਆਰੇ ਪਿਛਲੇ 3 ਹਫ਼ਤਿਆਂ 'ਚ, ਬਹੁਤ ਸੰਗਤ 98% ਤੋਂ ਉੱਪਰ, ਆਲਮੋਸਟ 99, ਇਹ ਜਿਹੜੇ ਮੈਂਡੇਟਸ ਨੇ ਇਹਨਾਂ ਦੇ ਖਿਲਾਫ, ਉਹਨਾਂ ਨੂੰ ਸਮਝ ਰਹੇ ਨੇ ਕਿ ਇਹ ਕੁਝ ਧੋਖਾ ਚੱਲ ਰਿਹਾ, ਪਰ ਇੰਨਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਰਨਾ ਕੀ ਹੈ, ਕਿੱਦਾਂ ਰੋਕਿਆ ਜਾਵੇ, ਕਿੱਦਾਂ ਕੰਮਾਂ ਤੋਂ ਬਚਿਆ ਜਾਵੇ, ਕਿੱਦਾਂ ਟਰੈਵਲ ਕੀਤਾ ਜਾਵੇ ਬਿਨਾਂ ਇਸ ਮੈਂਡੇਟ ਤੋਂ। ਉੱਥੇ ਥੋੜੀ ਘਾਟ ਆ ਰਹੀ ਆ ਕਿ ਆਪਾਂ ਹੁਣ ਲੋਕਾਂ ਨੂੰ ਤਾਂ ਸੰਗਤ ਨੂੰ ਜਾਗਰੂਕ ਕਰ ਰਹੇ ਆ, ਪਰ ਅਗਲੇ ਸਟੈਪ ਕੀ ਹੋ ਸਕਦੇ ਇਹ ਵੀ ਜ਼ਰੂਰੀ ਹੈ। ਜਿਹੜੇ ਅਗਲੇ ਸਟੈਪ ਆ ਨਾ ਉਹ ਕਾਨੂੰਨੀ ਲੈਣੇ ਪੈਣੇ ਆ ਅਕੋਰਡਿੰਗ ਟੂ ਲਾਅ। ਪਹਿਲੀ ਗੱਲ ਤਾਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਆਪਣੇ ਮੈਂਬਰ ਆ, ਇਹਨਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਇਹ ਵਾਇਰਸ ਹੈਗਾ ਆ। ਦਿਸ ਇਜ਼ ਦਾ ਫਰਾਡ। ਲੋਕਾਂ ਨਾਲ ਫਰਾਡ ਕੀਤਾ ਗਿਆ, ਸਾਰੀ ਦੁਨੀਆ ਨੂੰ ਫਰਾਡ ਕੀਤਾ ਗਿਆ। ਉਹਦੇ ਬਾਰੇ ਸਾਨੂੰ ਤੱਥਾਂ ਦੇ ਆਧਾਰ ਤੇ ਉਹਨਾਂ ਦੇ ਨਾਲ ਕਾਨੂੰਨੀ ਲੜਾਈ ਲੜਨੀ ਪੈਣੀ ਹੈ। ਔਰ ਸੈਕੰਡਲੀ, ਉਸ ਤੋਂ ਪਹਿਲਾਂ ਸਾਨੂੰ ਯੂਨਿਟੀ ਬਹੁਤ ਜ਼ਰੂਰੀ ਆ। ਜਿੰਨੇ ਵੀ ਜ਼ਿਆਦਾ ਲੋਕ ਆਪਾਂ ਜੋੜਾਂਗੇ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਹਿਲਾਂ ਗੱਲ ਬਿਠਾਉਣੀ ਪੈਣੀ ਹੈ ਕਿ ਇਹ ਰਿਐਲਿਟੀ ਕੀ ਹੈਗੀ ਆ। ਹਾਂਜੀ ਵੀਰ ਜੀ, ਜਿਹੜਾ ਫਰਾਡ ਆ, ਹੁਣ ਸਾਡੇ ਗਰੁੱਪ ਦੇ ਵਿੱਚੋਂ ਹੀ ਕਈ ਆਪਣੇ ਸੱਜਣ ਹੈਗੇ ਜਿਹੜੇ ਅਜੇ ਵੀ ਮੰਨੀ ਜਾਂਦੇ ਕਿ ਵਾਇਰਸ ਆ, ਜਦ ਕਿ ਫਰਾਡ ਹੈ, ਬਹੁਤ ਵੱਡਾ ਫਰਾਡ ਹੈ। ਹਾਂਜੀ ਭੈਣ ਜੀ, ਤੁਸੀਂ ਕੁਝ ਪੁੱਛ ਰਹੇ ਸੀ? ਹਾਂਜੀ, ਪਿਛਲੇ ਦਿਨ ਮੈਂ ਗਰੁੱਪ 'ਚ ਪੜ੍ਹਦੀ ਸੀ ਕਿ ਜਿਨ੍ਹਾਂ ਨੇ, ਜਿਵੇਂ ਹੁਣ ਭਾਈ ਸਾਹਿਬ ਪ੍ਰੇਮਪਾਲ ਸਿੰਘ ਜੀ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਤੇ ਕਾਨੂੰਨੀ ਲੜਾਈ ਅਸੀਂ ਲੜਨੀ ਹੈ। ਜਿੱਦਾਂ ਤੁਸੀਂ ਗਰੁੱਪ ਦੇ ਵਿੱਚ ਪਾਇਆ ਸੀਗਾ ਕਿ ਕਿਸੇ ਨੇ ਕਾਨੂੰਨੀ ਕਾਰਵਾਈ ਕੀਤੀ ਸੀਗੀ, ਇੱਕ ਹੱਦ ਤੱਕ ਉਹ ਪਾਸ ਹੀ ਹੋ ਗਿਆ ਸੀ, ਅਗਾਂਹ ਨਿਕਲ ਕੇ ਸੀ ਕਿ ਕੇਸ ਜਿੱਤ ਲਿਆ ਗਿਆ ਸੀ। ਉਦੋਂ ਤੋਂ ਫਿਰ ਉਹਦੇ ਉੱਪਰ ਸਰਕਾਰ ਵੱਲੋਂ ਉਹਨਾਂ ਦੇ ਉੱਪਰ ਜ਼ੋਰ ਜ਼ਬਰਦਸਤੀ ਕੀਤੀ ਗਈ ਤੇ ਉਹਨਾਂ ਨੂੰ ਸਰਕਾਰ ਦੇ ਹਿਦਾਇਤਾਂ ਦੇ ਅਨੁਸਾਰ ਵੈਕਸੀਨ ਦਾ ਪ੍ਰਚਾਰ ਕਰਨਾ ਪਿਆ ਕਿ ਏਦਾਂ ਸੱਚ। ਫਿਰ ਜੇ ਆਪਾਂ ਕੁਝ ਕਰ ਨਹੀਂ ਸਕਦੇ, ਅਸੀਂ ਜਿਹੜਾ ਵੀ ਕਦਮ ਅਸੀਂ ਅੱਗੇ ਵੱਧਦੇ ਹਾਂ, ਜਦ ਅਸੀਂ ਮਤਲਬ ਜਿਹੜੇ ਵੀ ਇੱਥੇ ਇਹਦੇ ਵਿੱਚ ਲੱਗੇ ਆਪਾਂ ਕਰ ਰਹੇ ਹਾਂ, ਤੇ ਜੇ ਸਰਕਾਰ ਮੋਰੇ ਆ ਕੇ ਕੋਈ ਨਾ ਕੋਈ ਪੱਥਰ ਜਾਂ ਸਾਡੇ ਅੱਗੇ ਰੁਕਾਵਟਾਂ ਬਣਾ ਦਿੰਦੀ ਹੈ, ਹਾਂਜੀ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਨਾ। ਹਾਂਜੀ, ਜਿਵੇਂ ਹੁਣ ਮੈਜੋਰਿਟੀ ਨੇ ਵੈਕਸੀਨ ਲਗਵਾ ਲਈ ਹੈ, ਇੱਕ ਵੈਕਸੀਨ ਵੀ, ਸੈਕੰਡ ਵੈਕਸੀਨ ਵੀ, ਬੂਸਟਰ ਵੀ। ਹੁਣ ਜਿਹੜਾ 4th ਵਾਲਾ ਬੂਸਟਰ ਆ ਚੁੱਕਾ ਇੰਗਲੈਂਡ ਦੇ ਵਿੱਚ, ਉਹ ਵੀ ਤਕਰੀਬਨ ਲੋਕ ਲਗਾ ਰਹੇ ਨੇ। ਬਿਲਕੁਲ। ਜਿਨ੍ਹਾਂ ਨੇ ਫਸਟ ਵੈਕਸੀਨ ਲਗਵਾਈ ਹੈ, ਮਤਲਬ ਮਾਈਨੋਰਿਟੀ 5% ਜਿਨ੍ਹਾਂ ਨੂੰ ਸਾਈਡ ਇਫੈਕਟ ਹੋਏ ਨੇ, ਉਹਨਾਂ ਨੂੰ ਡਾਕਟਰਸ ਨੇ ਅਲਾਉ ਨਹੀਂ ਕੀਤਾ ਸੈਕੰਡ ਵੈਕਸੀਨ ਲੈਣ ਵਾਸਤੇ। ਬਟ ਮੈਨੂੰ ਇਹ ਨਹੀਂ ਸਮਝ ਲੱਗਦੀ ਹੈਗੀ ਕਿ ਲੋਕੀ ਕਹਿੰਦੇ ਨੇ ਕਿ ਸਰਕਾਰਾਂ ਸਾਡੀਆਂ ਮਤਲਬ ਜਾਨ ਬਚਾਉਂਦੀਆਂ ਨੇ ਤੇ ਉਹਦਾ ਹਰ ਹੁਕਮ ਦੀ ਪਾਲਣਾ ਕਰਨਾ ਸਾਡਾ ਫਰਜ਼ ਬਣਦਾ ਹੈਗਾ। ਉਹ ਸਾਰੇ ਜਣੇ ਮਤਲਬ ਜਾ ਰਹੇ ਨੇ ਵੈਕਸੀਨ ਵਾਸਤੇ। ਬਿਲਕੁਲ। ਹਾਂਜੀ, ਜਿਹੜੇ ਟੀਕਿਆਂ ਦੇ ਨੁਕਸਾਨ ਆ, ਜਿਵੇਂ ਹੁਣ ਅਸੀਂ ਸੰਗਤ ਨਾਲ ਗੱਲਾਂ ਕੀਤੀਆਂ, ਸੰਗਤ ਵਿੱਚੋਂ ਜਦੋਂ ਉਦੋਂ ਗੱਲ ਕਰਦੇ ਆ, ਉਦੋਂ ਬਹੁਤ ਲੋਕਾਂ ਨੇ ਦੱਸਿਆ ਆਪਦੇ ਕੀ ਨੁਕਸਾਨ ਹੋ ਰਹੇ ਆ, ਉਹਨਾਂ ਦੇ ਸਰੀਰ ਤੇ ਨੁਕਸਾਨ ਹੋ ਰਿਹਾ, ਉਹਨਾਂ ਨੂੰ ਬਹੁਤ ਮਾੜੇ ਅਸਰ ਹੋ ਰਹੇ ਨੇ। ਪਰ ਉਹ ਪ੍ਰੋਬਲਮ ਇਹ ਆ, ਉਹ ਕਾਊਂਟ ਨਹੀਂ ਕਰ ਰਹੇ। ਹੁਣ ਕਈ ਡਾਕਟਰ ਨੇ ਹੁਣ ਆ ਕੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਦੇ ਡਾਕਟਰ ਨੇ ਜਿਨ੍ਹਾਂ ਨੇ 30 40 ਸਾਲ ਹੋ ਗਿਆ ਪੇਸ਼ੈਂਟ ਦੇਖੇ ਨੂੰ, ਤੇ ਜਦੋਂ ਉਹ ਆ ਕੇ ਦੱਸਦੇ ਆ ਕਿ ਸਾਡੇ ਮਰੀਜ਼ ਦੇ ਜਦੋਂ ਦਾ ਟੀਕਾ ਲੱਗਿਆ ਉਹਨਾਂ ਦੀ ਬਹੁਤ ਮਾੜੇ ਅਸਰ ਹੋਏ ਨੇ। ਪਰ ਉਹ ਜਿਹੜੇ ਪਿੱਛੋਂ ਜਿੱਥੇ ਉਹਨਾਂ ਦੀ ਪਲਾਨ ਹੁੰਦਾ, ਜਿੱਥੇ ਰਜਿਸਟਰ ਕਰਨਾ ਪੈਂਦਾ, ਉਹ ਅਸੈਪਟ ਨਹੀਂ ਕਰ ਰਹੇ। ਕਹਿੰਦੇ ਉਹ ਰਿਐਕਸ਼ਨ ਨਹੀਂ ਗਏ, ਤੇ ਉਹ ਕਹਿੰਦੇ ਆ ਕਿ ਓਨਲੀ ਬਹੁਤ ਲਿਮਿਟਡ ਕ੍ਰਾਈਟੇਰੀਆ ਰੱਖਿਆ ਉਹਨਾਂ ਨੇ ਜਿੱਥੇ ਉਹ ਅਸੈਪਟ ਕਰਦੇ ਆ, ਪਰ ਬਾਕੀ ਸਾਰਿਆਂ ਨੂੰ ਉਹੀ ਹੋ ਸਕਦਾ ਉਹਨਾਂ ਚੋਂ ਵੀ ਜਿਹੜੇ ਰਿਪੋਰਟ ਕਰਦੇ ਨੇ ਉਹ ਬਹੁਤ ਥੋੜੇ ਨੇ। ਤੇ ਇਸ ਲਈ ਉਹ ਨੰਬਰ ਉਹ ਕੈਲਕੂਲੇਸ਼ਨ ਚ ਲਿਆਉਣ ਹੀ ਨਹੀਂ ਦਿੰਦੇ ਕਿ ਟੀਕਿਆਂ ਦੇ ਕਿੰਨਾ ਮਾੜਾ ਅਸਰ ਹੋ ਰਿਹਾ। ਇਹ ਤਾਂ ਨਾਲੇ ਸਿਰਫ ਸ਼ਾਰਟ ਟਰਮ ਦੀ ਆਪਾਂ ਗੱਲਾਂ ਕਰ ਰਹੇ ਨੇ, ਹੁਣ ਕੁਛ ਮਹੀਨਿਆਂ ਦੇ ਵਿੱਚ ਕੀ ਅਸਰ ਹੋ ਰਹੇ ਨੇ, ਇਹਦਾ ਗਾਂ 10 ਸਾਲਾਂ ਚ, 5 ਸਾਲਾਂ ਚ, 15 ਸਾਲਾਂ ਚ ਕੀ ਅਸਰ ਹੋਣੇ, ਉਹ ਕਿਸੇ ਨੂੰ ਨਹੀਂ ਹਜੇ ਪਤਾ। ਉਹ ਜੇ ਹੁਣ ਗਾਂ ਲੋਕਾਂ ਨੂੰ ਹੁਣ
ਕੁਝ ਸਾਲਾਂ 'ਚ ਬਹੁਤ ਜ਼ਿਆਦਾ ਕੈਂਸਰ ਹੋ ਗਿਆ ਜਾਂ ਕੋਈ ਬਿਮਾਰੀ ਹੋ ਗਈ, ਉਹ ਜ਼ਿੰਮੇਵਾਰੀ ਕੌਣ ਲਊ? ਉਦੋਂ ਸਰਕਾਰਾਂ ਕੀ ਲੈਣਗੇ ਉਦੋਂ ਜ਼ਿੰਮੇਵਾਰੀ, ਜਾਂ ਉਦੋਂ ਤੱਕ ਸਰਕਾਰਾਂ ਹੋਣਗੀਆਂ ਵੀ? ਕਿਉਂਕਿ ਜੋ ਇਹ ਕਰ ਰਹੀਆਂ ਇੰਨਾ ਧੱਕਾ, ਇਹ ਆਪ ਹੀ ਮਤਲਬ ਆਪਦੇ ਪੈਰ ਤੇ ਘਲਾੜਾ ਮਾਰਨ ਵਾਲੀ ਗੱਲ ਆ ਕਿ ਉਹ ਆਪਦੀ ਨੀਂਹ ਆਪ ਹੀ ਪੱਟ ਰਹੀਆਂ ਨੇ, ਕਿਉਂਕਿ ਪਬਲਿਕ ਆ ਉਹ ਦੁਖੀ ਹੋ ਰਹੇ ਨੇ ਹੁਣ ਉਹਨਾਂ ਤੋਂ, ਚਾਹੇ ਕਾਨੂੰਨੀ ਵਿੱਚ ਕਰ ਰਹੇ ਨੇ, ਉਹ ਕੋਸ਼ਿਸ਼ਾਂ ਕਰ ਰਹੇ ਨੇ ਕਾਨੂੰਨੀ ਡਰਾਈਵ ਕਰਦੇ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਕਾਫੀ ਲੋਕਾਂ ਨੂੰ ਇੱਥੇ ਯੂਕੇ ਦੇ ਵਿੱਚ ਦੀ ਗੱਲ ਕਰਦੇ ਆਪਾਂ, ਤੁਹਾਨੂੰ ਬਹੁਤ ਸਾਰੇ ਪੇਰੈਂਟਸ ਨੇ ਉਹ ਕਹਿੰਦੇ ਨੇ ਸਾਨੂੰ ਬੱਚਿਆਂ ਵੱਲੋਂ ਸਕੂਲ ਤੋਂ ਲੈਟਰਸ ਆਏ ਨੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੈਕਸੀਨ ਲਗਾਓ, ਤੇ ਕਈ ਪੇਰੈਂਟਸ ਇੱਕ ਦੂਜੇ ਨੂੰ ਪੁੱਛਦੇ ਨੇ ਕੀ ਕਰੀਏ, ਕੁਛ ਨੇ ਐਕਸੈਪਟ ਕਰ ਲਿਆ ਤੇ ਕੁਛ ਹਲੇ ਰੁਕੇ ਹੋਏ ਨੇ ਕਿ ਆਪਾਂ ਨਹੀਂ ਲਗਾਉਣੀ। ਤੁਸੀਂ ਕੀ ਕਹਿਣਾ ਚਾਹੁੰਦੇ ਕਿ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਜਾਂ ਰੁਕਣਾ ਚਾਹੀਦਾ ਹੈ? ਦੇਖੋ ਜੀ, ਮੇਰੇ ਵੱਲੋਂ ਜਿਹੜੇ ਯੂਨੀਵਰਸਿਟੀ ਯੂਨੀਵਰਸਿਟੀ ਹੁਣ ਜਿਨ੍ਹਾਂ ਦਾ ਸਾਲ ਖਤਮ ਹੋ ਗਿਆ ਤੇ ਸੈਪਟੈਂਬਰ ਚ ਉਹਨਾਂ ਨੇ ਯੂਨੀਵਰਸਿਟੀ ਨੂੰ ਜਾਣਾ, ਯੂਨੀਵਰਸਿਟੀ ਨੇ ਫਸਟ ਆਪਣਾ ਲੋ ਰੱਖਿਆ ਹੈਗਾ, ਜੇ ਤੁਸੀਂ ਵੈਕਸੀਨੇਟਡ ਹੈਗੇ ਹੋ then you are welcome to come university, if not then ਉਹ ਬੱਚੇ ਸੋਚਦੇ ਨੇ ਕਿ ਮੇਰੇ ਤੇ ਕੈਰੀਅਰ ਖਰਾਬ ਹੋ ਰਿਹਾ। ਹਾਂਜੀ, ਗੱਲ ਇੱਥੇ ਆ ਜਾਂਦੀ ਹੈ ਵੈਕਸੀਨ ਦੀ। ਦੇਖੋ ਜੀ, ਇਹ ਪਰਸਨਲ ਚੋਇਸ ਹੋਣੀ ਚਾਹੀਦੀ ਹੈ, ਇਹ ਮੈਡੀਕਲ ਪ੍ਰੋਸੀਜਰ ਕਦੀ ਵੀ ਫੋਰਸਡ ਨਹੀਂ ਹੋਣਾ ਚਾਹੀਦਾ ਪਬਲਿਕ ਤੇ। ਜਿਹੜੇ ਆ ਸਕੂਲ ਜਾਂ ਯੂਨੀਵਰਸਿਟੀ ਜਿਹੜੇ ਕਹਿ ਰਹੇ ਨੇ ਤੁਹਾਨੂੰ ਟੀਕਾ ਲਾ ਕੇ ਹੀ ਆਉਣਾ ਪੈਣਾ, ਕਿ ਉਹ ਕਾਨੂੰਨੀ ਜ਼ਿੰਮੇਵਾਰੀ ਲੈਣਗੇ ਜੇ ਟੀਕੇ ਦੇ ਕਿਸੇ ਦੇ ਮਾੜੇ ਅਸਰ ਹੋ ਰਹੇ, ਜਿਨ੍ਹਾਂ ਤੇ ਹੋ ਰਹੇ ਆ? ਕੋਈ ਨਹੀਂ ਲੈ ਰਿਹਾ ਜ਼ਿੰਮੇਵਾਰੀ, no one। ਤਾਂ ਕਰਕੇ ਲੋਕੀ ਇਹ ਨੋਟਿਸ ਆਫ ਲਾਇਬਿਲਿਟੀ ਦੇ ਰਹੇ ਨੇ ਯੂਨੀਵਰਸਿਟੀਆਂ ਨੂੰ, ਸਕੂਲਾਂ ਨੂੰ, ਤੇ ਸਕੂਲ ਡਿਸਟ੍ਰਿਕਟ ਬੋਰਡਾਂ ਨੇ ਬਹੁਤੇ ਨੇ ਪਿੱਛੇ ਵੀ ਹਟ ਗਏ ਮੈਂਡੇਟਸ ਤੋਂ। ਉਹਨਾਂ ਨੇ ਸਟਾਫ ਨੂੰ ਮੈਂਡੇਟ ਕੀਤੇ ਸੀ ਤੇ ਲੋਕਾਂ ਨੇ ਜਾ ਕੇ ਉਹਨਾਂ ਨੂੰ ਨੋਟਿਸ ਆਫ ਲਾਇਬਿਲਿਟੀ ਦਿੱਤੇ ਕਿ ਤੁਸੀਂ ਜ਼ਿੰਮੇਵਾਰ ਹੋ ਜੇ ਤੁਸੀਂ, ਕਿਉਂਕਿ ਫੋਰਸ ਕਰ ਰਹੇ ਆ ਸਾਡੇ ਤੇ ਟੀਕਾ। ਗੱਲ ਇੱਥੇ ਫੋਰਸ ਦੀ ਆ ਗਈ ਹੈ, ਚੋਇਸ ਰਹੀ ਨਹੀਂ ਗੀ ਹੁਣ। ਜਾਂ ਤਾਂ ਫਿਰ ਬੱਚਾ ਹੁਣ ਯੂਨੀਵਰਸਿਟੀ ਜਾਊਗਾ ਜਾਂ ਘਰੇ ਬੈਠੂਗਾ। ਇਹ ਬੇਇਨਸਾਫੀ ਕਿਉਂ ਹੋ ਰਹੀ ਹੈ? ਨਾਲੇ ਪਹਿਲੀ ਗੱਲ ਤਾਂ ਕੀ ਟੀਕੇ ਲਾਉਣ ਤੋਂ ਬਾਅਦ ਕੋਵਿਡ ਨਹੀਂ ਫੈਲਦਾ, ਟ੍ਰਾਂਸਮਿਟ ਨਹੀਂ ਹੁੰਦਾ? ਹੋ ਰਿਹਾ। ਫਿਰ ਉਹ ਵੈਕਸੀਨ ਪਾਸ ਜਾਂ ਲਵਾਏ ਜਾਂ ਨਾ ਲਵਾਏ ਦਾ ਕੀ ਮਤਲਬ ਰਹਿ ਜਾਂਦਾ? ਕੋਈ ਮਹਿਣਾ ਨਹੀਂ ਰਹਿੰਦਾ ਉਹਦਾ। ਫਿਰ ਇਹ ਧੱਕਾ ਕਿਉਂ ਕੀਤਾ ਜਾ ਰਿਹਾ? ਰਾਈਟ। ਪਰ ਜਿਹੜੇ ਇੱਥੋਂ ਦੇ ਬੱਚੇ ਨੇ, ਜਿਹੜੇ ਇੱਥੇ ਪੜ੍ਹਦੇ ਪਏ ਨੇ ਸਕੂਲਾਂ ਵਿੱਚ, ਉਹ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਰਹੇ ਨੇ ਨਾ। ਹਾਂਜੀ, ਇਹੀ ਹੁਣ ਉਹਨਾਂ ਨੂੰ ਹੁੰਦਾ ਕਿ ਨਹੀਂ ਜੀ, ਸਕੂਲ ਟੀਚਰ ਨੇ ਕਹਿਤਾ, ਪ੍ਰਿੰਸੀਪਲ ਨੇ ਕਿਹਾ, ਆਈ ਹੈਵ ਟੂ ਡੂ ਸੋ। ਇਹ ਤੋਂ ਅੱਗੇ ਹੋਰ ਕੋਈ ਨਾ ਜਵਾਬ ਹੈ ਤੇ ਨਾ ਕੋਈ ਸਵਾਲ ਹੈ। ਇਹ ਵੱਡੀ ਪ੍ਰੋਬਲਮ ਆ ਇਹ ਜੀ। ਇਹ ਹੁਣ ਤੋਂ ਨਹੀਂ, ਇਹ ਕਾਫੀ ਚਿਰ ਤੋਂ ਵੱਧਦੀ ਗਈ ਹੈ ਪ੍ਰੋਬਲਮ। ਇਹ ਜਿਹੜੀ ਇੱਕ ਸੱਚ ਦੇ ਖਾਤਰ ਜਾਂ ਜਿੱਥੇ ਬੇਇਨਸਾਫੀ ਹੋਣੀ ਉੱਥੇ ਆਵਾਜ਼ ਉਠਾਉਣ ਦੀ ਮਤਲਬ ਜਿਹੜੀ ਹਿੰਮਤ ਆ ਲੋਕਾਂ 'ਚ, ਉਹ ਹੁਣ ਬਹੁਤ ਘੱਟ ਗਈ, ਬਹੁਤ ਘੱਟ ਗਈ। ਜੀ ਵਾਹਿ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਕਹਿਣਾ ਚਾਹਾਂਗੀ ਇਸ ਗੱਲ ਦੇ ਉੱਤੇ ਜੀ। ਜਿਹੜਾ ਸ਼ੁਰੂ ਤੋਂ ਇਹਨਾਂ ਦਾ ਮੈਡੀਕਲ ਸਿਸਟਮ ਇੱਕ ਪਾਸੇ ਹੈ, ਜਿਹੜਾ ਐਜੂਕੇਸ਼ਨਲ ਸਿਸਟਮ ਹੈ ਉਹਦੇ ਵਿੱਚ ਹਮੇਸ਼ਾ ਇਹਨਾਂ ਨੇ ਇੱਕ ਵੈਰੀ ਪੈਸਿਵ, ਵੈਰੀ ਸਾਇਲੈਂਟ ਸਿਸਟਮ ਬਣਾਇਆ ਹੋਇਆ, ਜਿਹਦੇ ਵਿੱਚ ਓਬੀਡੀਐਂਸ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਠੀਕ ਹੈ, ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਂਦੇ ਆ ਕਿ ਤੁਸੀਂ ਯੂ ਹੈਵ ਟੂ ਸਿਟ ਹੇਅਰ ਫਰਮ 9 to 3, ਡੂ ਯੋਰ ਹੋਮਵਰਕ, ਡੂ ਦਿਸ। ਔਰ ਇਹ ਬਹੁਤ ਇੰਪ੍ਰੈਸਡ ਔਰ ਪ੍ਰਭਾਵਿਤ ਨੇ ਆਪਣੀਆਂ ਟੀਚਰਾਂ ਤੋਂ, ਆਪਣੇ ਪ੍ਰਿੰਸੀਪਲਸ ਤੋਂ, ਆਪਣੇ ਸਕੂਲ ਸਿਸਟਮ ਤੋਂ। ਸੋ ਇਹ ਤੇ ਇੱਕ ਇੰਡੀਵਿਜੂਅਲ ਬੈਟਲ ਹੈ। ਕੁਐਸਚਨ ਇਹ ਨਹੀਂ ਹੈ ਕਿ ਵੈਕਸੀਨ 'ਚ ਕੀ ਹੈ, ਵੈਕਸੀਨ 'ਚ ਸਾਈਡ ਇਫੈਕਟ ਕੀ ਹੈ। ਦੋਜ਼ ਆਰ ਥਿੰਗਸ ਦੈਟ ਵੀ ਆਰ ਕੁਐਸਚਨਿੰਗ। ਹਾਊਐਵਰ, ਜਦੋਂ ਅਸੀਂ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਕਹਿੰਦੇ ਆ ਕਿ ਹਾਂ ਕੀ ਹੈ, ਤੇ ਉਹ ਕਹਿੰਦੇ ਤੁਸੀਂ ਕੋਈ ਸਾਇੰਸਦਾਨ ਤੇ ਹੋ ਨਹੀਂ, ਤੁਸੀਂ ਕੋਈ ਰਿਸਰਚ ਨਹੀਂ ਕੀਤੀ, ਤੁਸੀਂ ਕੁਛ ਨਹੀਂ ਕੀਤਾ। ਪੁਆਇੰਟ ਇੱਥੇ ਸਾਨੂੰ ਆ ਕੇ ਖੜਾ ਹੋਣਾ ਚਾਹੀਦਾ ਹੈ, ਇਟ ਇਜ਼ ਆਵਰ ਚੋਇਸ। ਜੇ ਸਾਡੀ ਚੋਇਸ ਦੇ ਉੱਤੇ ਬੰਦਿਸ਼ ਆ ਜਾਂਦੀ ਹੈ, ਸਾਡਾ ਫਰੀਡਮ ਖੋਂਦਾ ਹੈ, ਸਾਨੂੰ ਉਸ ਤੇ ਕੁਐਸਚਨ ਚਾਹੀਦਾ। ਜੇ ਅਸੀਂ ਕਿਸੇ ਨੂੰ ਵੀ ਕਹਿਣਾ ਨਾ ਤੁਸੀਂ ਵੈਕਸੀਨ ਨਾ ਲਗਾਓ, ਨਿਆਣਿਆਂ ਨੂੰ ਕਹਿੰਦੇ ਵੱਡਿਆਂ, ਇਟਸ ਨਾਟ ਗੋਇੰਗ ਟੂ ਵਰਕ। ਅਗਰ ਉਹਨਾਂ ਨੂੰ ਆਪ ਫੀਲ ਹੁੰਦੀ ਹੈ ਗੱਲ ਕਿ ਹਾਂ ਵੀ ਅਸੀਂ ਲਗਵਾਵਾਂਗੇ, ਸਾਨੂੰ ਸਾਈਡ ਇਫੈਕਟ, ਸਾਨੂੰ ਕੁਐਸਚਨ, ਦੈਨ ਲੈਟ them crave for it। ਆਪਾਂ ਸਾਰੇ ਗੱਲ ਇਹੀ ਕਰ ਰਹੇ ਹਾਂ ਨਾ ਹੁਣ ਇਸ ਵੇਲੇ ਕਿ ਸਾਡੇ ਫਰੀਡਮ, ਕੰਮ ਕਰਨ ਤੇ ਕਿਉਂ ਹੋਏ ਬੰਦਿਸ਼, ਟਰੱਕ ਡਰਾਈਵਰਾਂ ਤੇ ਕਿਉਂ ਬੰਦਿਸ਼ ਹੋਏ? ਕੋਈ ਪੁੱਛਣ ਵਾਲਾ ਹੋਏ, ਟਰੱਕ ਡਰਾਈਵਰ ਤੇ ਕਿਸੇ ਦੇ ਨਾਲ ਇਨ ਟੱਚ ਵੀ ਨਹੀਂ ਹੁੰਦੇ। ਯੂਐਸ ਦੇ ਵਿੱਚ ਇਤਨਾ ਵੱਡਾ ਰੌਲਾ ਚੱਲਿਆ, ਉਹਨਾਂ ਨੇ ਮੈਂਡੇਟ ਬਾਈਡਨ ਦੇ ਸਟਾਪ ਕਰ ਦਿੱਤੇ ਨਾ, they halted them ਕਿ ਨਹੀਂ ਹੋਏਗਾ, ਬਿਗ ਕਾਰਪੋਰੇਸ਼ਨਸ ਅਸੀਂ ਨਹੀਂ ਕਰਾਂਗੇ। ਇਦਾਂ ਦਾ ਸੰਘਰਸ਼ ਸਾਨੂੰ ਇੱਥੇ ਸ਼ੁਰੂ ਕਰਨਾ ਚਾਹੀਦਾ ਕਿ ਬਈ ਵੀ ਆਰ ਓਕੇ। ਤੁਸੀਂ ਕਹਿੰਦੇ ਹੋ ਨਾ ਤੁਸੀਂ ਵੈਕਸੀਨ ਕੱਢੀ, ਤੁਸੀਂ ਇਲਾਜ ਕੱਢਿਆ, ਗੁੱਡ ਫॉर ਯੂ। ਅਸੀਂ ਉਹਨੂੰ ਕੰਡੈਮ ਵੀ ਨਹੀਂ ਕਰਦੇ, ਅਸੀਂ ਉਹਦੇ ਸਾਥ ਵੀ ਨਹੀਂ ਹੈ, ਬਟ ਇਟ ਇਜ਼ ਆਵਰ ਚੋਇਸ ਕਿ ਅਸੀਂ ਕਰਨੀ ਹੈ ਕਿ ਨਹੀਂ। ਇੰਡੀਵਿਜੂਅਲ ਚੋਇਸ ਐਂਡ ਫਰੀडम, ਦੈਟਸ ਆਵਰ ਬੋਰਨ ਚੋਇਸ। ਕੱਲ ਨੂੰ ਅਸੀਂ ਉਹਨਾਂ ਨੂੰ ਜੇ ਅਸੀਂ ਚੈਲੰਜ ਵੀ ਕਰ ਰਹੇ ਹਾਂ ਕਿ ਵੈਕਸੀਨ, of course we know ਕਿ ਉਹਦੀ there are side effects, of course we know there's lots of issues, but if we stand on this ground and keep questioning them on a scientific basis, we won't get anywhere.
they're just going to put us in more legal strains. ਉਹ ਤੁਹਾਨੂੰ ਕੀ ਪਤਾ ਕੀ chemical ਹੈ ਕੀ, because ਮੇਰੇ 2-3 ਜਾਣ ਪਛਾਣ ਵਾਲੇ ਬੰਦੇ, they work in the oncology department, they're scientists, they're doing research, but they themselves claim no ਇਦਾਂ ਨਹੀਂ ਹੋ ਸਕਦਾ. You can't argue with them. Point ਇੱਥੇ ਆਉਣਾ ਚਾਹੀਦਾ, ਜੇ ਅਸੀਂ ਗੁਰਦੁਆਰਾ ਜਾਣਾ, ਗੁਰਦੁਆਰਾ ਸਾਹਿਬ ਦੇ ਉੱਤੇ ਤਾਲੇ ਕਿਉਂ, ਗੁਰਦੁਆਰਾ ਸਾਹਿਬ ਦੇ ਉੱਤੇ restrictions ਕਿਉਂ, ਸਾਡੀ ਆਪਣੀ choice ਦੇ ਉੱਤੇ restrictions ਕਿਉਂ, ਆਪਣੀ choice ਦੇਖੋ. ਹਾਂ, system is going to get harder and harder and harder, and it has been. If you notice, for the past decade, things have been getting harder. It just didn't hit us until now. School system, these implications have been there. We just didn't care about them before. So it's definitely, if kids don't want to listen, they're not going to listen. It's your job as a parent to put the truth in front of them, and if they take a choice, then take a choice. ਹਾਂਜੀ, ਕਮਲਜੀਤ ਜੀ, ਭੈਣ ਜੀ, ਮੈਂ ਵੀ ਥੋੜਾ ਜਿਹਾ ਕੁਝ ਬੋਲਣਾ ਚਾਹੁੰਦਾ. I'm done, Paji. Hello. ਹਾਂਜੀ ਬੋਲੋ. ਹਾਂਜੀ, ਮੇਰੇ ਜੋ ਲਾਈਕ ਮੈਂ ਆਪ ਜੋ ਸੋਚਦਾ ਆ, ਜਾਂ ਜੋ ਇੱਥੇ ਅਸੀਂ ਕਿੰਨੀ ਦੇਰ ਦੇ ਸੰਘਰਸ਼ ਕਰਨ ਲੱਗੇ ਹਾਂ, ਪਹਿਲੀ ਗੱਲ ਤਾਂ ਸਾਨੂੰ ਇਹ ਜਿੰਨੇ ਵੀ ਕੋਈ ਕਦਮ ਹੈ ਨਾ, ਏਦਾਂ ਨਹੀਂ ਹੈਗਾ ਕਿ ਅਸੀਂ ਉਹਨਾਂ ਦਾ ਮੰਨ ਲਈਏ ਕਿ ਜੀ ਇਹ ਜਦੋਂ ਪਤਾ ਹੈ ਕਿ ਫਰਾਡ ਆ, ਇਹ ਜਿਹੜੀ ਇਹਨਾਂ ਨੇ 5G ਦੀ ਫ੍ਰੀਕੁਐਂਸੀ ਛੱਡੀ ਆ, ਉਹਦੇ ਨਾਲ ਇਹ ਵਾਇਰਸ ਸਾਰਾ ਇਹਨਾਂ ਨੇ ਕੀਤਾ. ਜਿੱਥੇ 5G ਦਾ ਟੈਸਟਿੰਗ ਕੀਤੀ ਆ, ਉੱਥੇ ਕਰੋਨਾ ਵਾਇਰਸ, ਜਿਹਨੂੰ ਇਹ ਕਰੋਨਾ ਵਾਇਰਸ ਕਹਿੰਦੇ ਆ, ਇੱਕ ਫਰਾਡ ਵਾਇਰਸ, ਰੇਡੀਏਸ਼ਨ ਕਹਿ ਸਕਦੇ ਉਹਨੂੰ, ਹਨਾ. ਮੈਨੂੰ ਖੁਦ ਉਸ ਚੀਜ਼ ਦਾ ਇਫੈਕਟ ਹੋਇਆ. ਸੈਕੰਡਲੀ, ਅਸੀਂ ਏਦਾਂ ਕਿਉਂ ਕਹੀਏ ਕਿ ਟਰੱਕਾਂ ਵਾਲੇ ਕਿਸੇ ਨਾਲ ਟੱਚ ਹੁੰਦੇ ਆ ਕਿ ਨਹੀਂ ਹੁੰਦੇ, ਬਟ ਦੇਖਿਆ ਜਾਵੇ ਜੇ ਕਰਾਉਣਾ ਹੈ ਤੇ ਫਿਰ ਵਾਲਮਾਰਟ ਕਿਉਂ ਨਹੀਂ ਬੰਦ ਕਰਦੇ? ਉਹ ਵਾਲਮਾਰਟ ਸਾਰਾ ਖੁੱਲਾ ਆ, ਉੱਥੇ ਲੋਕੀ ਨਹੀਂ ਜਾਂਦੇ ਆਉਂਦੇ, ਉੱਥੇ ਵੈਕਸੀਨੇਟਡ ਅਨਵੈਕਸੀਨੇਟਡ ਪੀਪਲ ਆਰ ਅਲਾਉਡ. ਮਤਲਬ ਸਾਡਾ ਜਿਹੜਾ ਮੇਨ ਮਕਸਦ ਆ ਨਾ, ਸਾਡਾ ਜਿਹੜਾ ਮੇਨ ਮਕਸਦ ਇਹ ਹੋਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਕਿਸੇ ਦੇ ਵੀ ਨਾ ਮੈਂਡੇਟਰੀ ਕਰਨਾ, ਕੋਈ ਵੀ whosoever, ਜਿਹੜਾ ਕੋਈ ਲਵਾਉਣਾ ਚਾਹੁੰਦਾ ਲਵਾਵੇ, ਜਿਹੜਾ ਨਹੀਂ ਲਵਾਉਣਾ ਚਾਹੁੰਦਾ ਜ਼ਹਿਰ ਦੇ ਟੀਕੇ ਨਾ ਲਵਾਵੇ. ਠੀਕ ਹੈ ਨਾ, ਇਹ ਜ਼ਹਿਰ ਦੇ ਟੀਕੇ ਆ, ਔਰ ਉਹਦੇ ਵਿੱਚ ਸਾਨੂੰ ਲੋਕਾਂ ਨੂੰ ਇਹ ਵੀ ਦੱਸਣਾ ਪੈਣਾ ਕਿ ਇਹਦੇ ਵਿੱਚ ਹੈ ਕੀ ਆ. ਗ੍ਰਾਫੀਨ ਆਕਸਾਈਡ, ਉਹਦਾ ਕੀ ਪਰਪਸ ਆ ਹਿਊਮਨ ਬੋਡੀ ਦੇ ਨਾਲ, ਕਿਉਂ ਲਗਾਉਣਾ ਚਾਹੁੰਦੇ ਆ? ਉਹਦਾ ਇੱਕੋ ਹੀ ਪਰਪਸ ਆ, ਨੈਨੋ ਟੈਕਨੋਲੋਜੀ. ਉਹਨੂੰ ਨੈਨੋ ਟੈਕਨੋਲੋਜੀ ਦੇ ਨਾਲ ਉਹਨਾਂ ਨੇ ਜੋੜਨਾ, ਔਰ ਜਦੋਂ ਉਹਨਾਂ ਦੇ ਲੋਕਾਂ ਦੇ 10 ਤੋਂ 12 ਵੈਕਸੀਨੇਸ਼ਨ ਲੱਗ ਗਈਆਂ, ਦੈਟਸ ਇਟ, ਉਹਨਾਂ ਦਾ ਪਰਪਸ ਸੋਲਵ ਹੋ ਜਾਣਾ. ਔਰ ਕਿਹੜੀ ਇੱਕ ਮੈਡੀਕਲ ਹਿਸਟਰੀ ਦੇ ਵਿੱਚ ਏਦਾਂ ਹੋਇਆ ਕਿ 3 ਮਹੀਨੇ ਬਾਅਦ ਵੈਕਸੀਨੇਸ਼ਨ ਲਗਾਈ ਜਾਵੇ ਲੋਕਾਂ ਨੂੰ, ਔਰ 15 ਤੋਂ 20 ਸਾਲ ਇੱਕ ਵੈਕਸੀਨੇਸ਼ਨ ਨੂੰ ਕੱਢਣ ਨੂੰ ਲੱਗ ਜਾਂਦੇ ਆ, ਔਰ ਇਹ ਐਕਸਪੈਰੀਮੈਂਟ ਕਰੀ ਜਾਂਦੇ ਆ ਲੋਕਾਂ ਦੇ ਉੱਤੇ. ਵਾਏ, ਬੜੇ ਸਵਾਲ ਆ ਭੈਣ ਜੀ. ਜੇ ਮਤਲਬ not to forget ਕਿ ਲਾਇਬਿਲਿਟੀ ਵੀ ਕੋਈ ਨਹੀਂ ਹੈ, they're free of liability. ਮੈਂ ਵੀ ਤਾਂ ਉਹੀ ਕਹਿੰਦਾ ਨਾ ਕਿ ਲਾਇਬਿਲਿਟੀ ਕੋਈ ਨਹੀਂ. ਫਿਰ ਅਸੀਂ ਏਦਾਂ, ਹੁਣ ਦੇਖੋ ਮੈਂ ਟੈਕਸੀ ਚਲਾਉਣਾ ਨਾ, ਸਾਰੇ ਟੈਕਸੀਆਂ ਵਾਲੇ ਉਦੋਂ ਛੱਡ ਗਏ ਸੀਗੇ 2020 ਦੇ ਵਿੱਚ, ਸਿਰਫ ਇੱਥੇ 10 ਟੈਕਸੀਆਂ ਚੱਲਦੀਆਂ ਸੀ ਭੈਣ ਜੀ, 10 ਟੈਕਸੀਆਂ, ਉਹਨਾਂ ਵਿੱਚੋਂ ਇੱਕ ਮੈਂ ਵੀ ਸੀਗਾ. ਓਕੇ, ਔਰ ਕੀ ਮੈਨੂੰ ਵੀ ਉਸ ਚੀਜ਼ ਦਾ ਇਫੈਕਟ ਹੋਇਆ ਜਦੋਂ ਇਹਨਾਂ ਨੇ ਰੇਡੀਏਸ਼ਨ ਇੱਥੇ ਛੱਡੀ ਆ, ਫ੍ਰੀਕੁਐਂਸੀ ਛੱਡੀ ਆ 5G ਦੀ 2020 ਚ, ਜਦੋਂ ਇਹਨਾਂ ਨੇ ਐਂਟੀਨੇ ਸਾਡੇ ਆਲੇ ਦੁਆਲੇ, ਇੱਥੇ ਜਿੱਥੇ ਅਸੀਂ, ਸਾਡਾ ਕੰਪਾਊਂਡ ਹੈਗਾ ਆ 에ਅਰਪੋਰਟ ਦਾ, ਉਹਦੇ ਆਲੇ ਦੁਆਲੇ ਹੋਟਲ ਹੈਗੇ ਆ, ਉਹਨਾਂ ਦੇ ਹੋਟਲਾਂ ਦੇ ਉੱਤੇ ਇਹਨਾਂ ਨੇ 5G ਦੇ ਟਾਵਰ ਲਗਾਏ ਆ. then I came to know what happened to me, you know, ਕਿਉਂਕਿ ਅਸੀਂ ਲੋਕਾਂ ਨੂੰ ਜਾਗਰਤ ਹੀ ਨਹੀਂ ਕਰਦੇ ਕਿ ਭਾਈ 5G ਦੇ ਟਾਵਰ ਕਿੰਨੇ ਲੱਗ ਗਏ ਆ. ਔਰ ਤੁਸੀਂ ਦੇਖੋ, ਸਾਰਾ ਇਹਨਾਂ ਨੇ ਸਾਰਾ GTA ਭਰ ਦਿੱਤਾ, ਹਾਈਵੇ ਭਰ ਦਿੱਤੇ ਆ 5G ਦੇ ਟਾਵਰ ਦੇ ਨਾਲ. ਕੌਣ ਜ਼ਿੰਮੇਵਾਰ ਆ? ਸਿਟੀ ਨੂੰ ਅਸੀਂ ਕਿਉਂ ਨਹੀਂ ਨੋਟਿਸ ਦਿੰਦੇ ਕਿ ਭਾਈ ਇਹ ਇੰਨੀ ਖਤਰਨਾਕ ਫ੍ਰੀਕੁਐਂਸੀ ਹੈ ਇਹਦੀ, ਔਰ ਇਹ ਅਮਰੀਕਾ ਦੀ ਮਿਲਟਰੀ ਦੇ ਵਿੱਚ ਯੂਜ਼ ਹੁੰਦੀ ਆ 5G ਦੀ ਫ੍ਰੀਕੁਐਂਸੀ ਐਜ਼ ਏ ਵੈਪਨ, ਤੇ ਤੁਸੀਂ ਲੋਕਾਂ ਦੇ ਵਿੱਚ ਲਿਆ ਕੇ ਮੌਤ ਲਿਆ ਕੇ ਰੱਖ ਦਿੱਤੀ. ਕੌਣ ਜ਼ਿੰਮੇਵਾਰ ਆ ਇਹਦਾ? ਔਰ ਫਲੋਰੀਡਾ ਦੇ ਵਿੱਚ ਲੇਕਲੈਂਡ ਸ਼ਹਿਰ ਦੇ ਵਿੱਚ ਲੋਕਾਂ ਨੇ ਸਾਰੇ ਟਾਵਰ ਪਟਵਾਏ ਆ. ਸਾਨੂੰ ਵੀ ਇਦਾਂ ਦਾ ਕੁਝ ਕਰਨਾ ਪੈਣਾ ਕਿ ਜਿਹੜੀ ਫਰਾਡ ਲਿਆ ਕੇ ਸਾਡੇ ਮੋਹਰੇ ਲਾ ਕੇ ਰੱਖ ਦਿੱਤਾ, ਉਸ ਤੋਂ ਬਾਅਦ ਫਰਾਡ ਇਹ ਵੈਕਸੀਨੇਸ਼ਨ ਲਗਾ ਰਹੇ ਆ ਜਿਹਦੀ ਲਾਇਬਿਲਿਟੀ ਕੋਈ ਨਹੀਂ ਲੈ ਰਿਹਾ. ਕਿਉਂ ਲਗਾਈਏ? ਵਾਏ, ਸਾਡੀ ਬੋਡੀ ਆ, ਜੇ ਸਾਨੂੰ ਪਤਾ ਲੱਗ ਗਿਆ ਕਿ ਇਹ ਜ਼ਹਿਰ ਆ ਤੇ ਅਸੀਂ ਜ਼ਹਿਰ ਕਿਉਂ ਲਈਏ? ਵਾਈ ਵੀ ਸ਼ੁੱਡ ਟੇਕ, ਦੈਟਸ ਇਟ. ਨਾਲੇ ਸਭ ਤੋਂ ਵੱਡੀ ਗੱਲ ਇਹ ਆ, ਜੇ ਆਪਾਂ
ਜੇ ਸੱਚੀ ਜਿਹੜੇ ਸਾਇੰਟਿਸਟ ਹੈਗੇ ਨੇ, ਵੱਡੇ ਪੋਜੀਸ਼ਨਾਂ ਤੇ ਹੈਗੇ ਨੇ, ਜਿਹੜੇ ਰਿਸਰਚ ਕਰਦੇ ਨੇ, ਉਹ ਖੁਦ ਦੇਖ ਲੈਣ ਕਿ ਪੀਅਰ ਰਿਵਿਊਡ ਦਾ ਕਿੰਨਾ ਕੁ ਅਸਰ ਹੁੰਦਾ। ਐਬਸੋਲੂਟਲੀ ਕੈਮੀਕਲ ਪਹਿਲਾਂ ਜਿਨ੍ਹਾਂ ਨੇ ਸਿਹਤ ਨੂੰ ਇੰਨੇ ਨੁਕਸਾਨ ਪਹੁੰਚਾਏ ਨੇ, ਜਿਹੜੇ ਆਲਰੇਡੀ ਹਿਸਟਰੀ ਵਿੱਚ ਜੇ ਤੁਸੀਂ ਦੇਖੋ, ਉਹ ਵੀ ਪੀਅਰ ਰਿਵਿਊਡ ਸੀਗੇ ਇੱਕ ਟਾਈਮ ਤੇ। ਉਹ ਫਿਰ ਹੁਣ ਬਾਅਦ ਤੁਸੀਂ ਚ ਦੇਖੋ, ਕਿਉਂ ਹੋ ਜਾਂਦੇ ਨੇ? ਹੁਣ ਦੇਖੋ ਗੱਲ ਇਹੀ ਹੈ ਕਿ ਅਨਵੈਕਸੀਨੇਟਡ system ਵਿੱਚ ਫਲੋ ਹੈਗਾ, ਠੀਕ ਆ, ਆਈ ਅੰਡਰਸਟੈਂਡ ਕਿ ਆਪਾਂ ਲਰਨ ਕਰਦੇ ਹਾਂ ਹੌਲੀ ਹੌਲੀ, ਪਰ ਉਹਨਾਂ ਨੂੰ ਪ੍ਰੋਬਲਮ ਇਹ ਆ, ਉਹਨਾਂ ਨੂੰ ਪਹਿਲਾਂ ਉਹਨਾਂ ਦੇ ਅਸਰ ਦਾ ਪਤਾ ਸੀ, ਡਿਜ਼ਾਈਨ ਕੀਤੇ ਗਏ ਨੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਖਾਤਰ। ਹੁਣ ਯੂਰਪ ਚ ਦੇਖ ਲਓ, ਯੂਰਪ ਚ ਕਿੰਨੇ ਕੈਮੀਕਲਸ ਬੈਂਡ ਨੇ ਜੋ ਨਾਰਥ ਅਮਰੀਕਾ ਵਿੱਚ ਅਲਾਉਡ ਨੇ। ਕੈਮੀਕਲ ਤਾਂ ਉਹੀ, ਸਰੀਰ ਵੀ ਉਹੀ ਆ ਲੋਕਾਂ ਦੇ। ਇਹ ਫਿਰ ਕਿੱਥੇ ਆ ਜਾਂਦੀ ਸਾਇੰਸ, ਕਿੱਥੇ ਜਾਂਦੀ ਹੈ ਇੱਥੇ? ਮੈਂ ਉਹੀ ਤਾਂ ਗੱਲ ਕਰਦਾ, ਸਾਰਾ ਕੁਝ ਕਮਲਜੀਤ ਜੀ, ਸਭ ਕੁਝ ਵਿਕਿਆ ਪਿਆ ਆ। ਸਾਇੰਸ ਵੀ ਵਿਕੀ ਪਈ, ਸਾਇੰਟਿਸਟ ਵਿਕੇ ਪਏ ਆ, ਡਾਕਟਰ ਵਿਕੇ ਪਏ ਆ, ਪੋਲੀਟੀਸ਼ੀਅਨ ਵਿਕੇ ਪਏ, ਸਰਕਾਰਾਂ ਵਿਕੀਆਂ ਪਈਆਂ, ਔਰ ਸਟ੍ਰੀਮ ਮੀਡੀਆ ਵਿਕਿਆ ਪਿਆ। ਸਾਨੂੰ ਲੋਕਾਂ ਨੂੰ ਜਗਾਉਣਾ ਪੈਣਾ, ਲੋਕਾਂ ਨੂੰ ਜਗਾਉਣਾ ਪੈਣਾ। ਕਿਉਂਕਿ ਦੇਖੋ ਹੁਣ ਕਹਿੰਦੇ ਜੀ ਜਿਹੜੇ ਅਨਵੈਕਸੀਨੇਟਡ, ਜਿਨ੍ਹਾਂ ਦੇ ਹੁਣ 2 ਵੀ ਲੱਗ ਗਈਆਂ, ਉਹਨੂੰ ਤੀਜੀ ਲਾਉਣ ਲੱਗ ਪਏ ਆ, ਔਰ ਚੌਥੀ ਲਗਾਉਣ ਲੱਗ ਪਏ। ਮਤਲਬ 3 ਨਕਾਰ ਦਿੱਤੀਆਂ ਉਹਨਾਂ ਨੇ, ਫਿਰ ਅਸੀਂ ਪਹਿਲੀ, ਦੂਜੀ, ਤੀਜੀ ਕਿਉਂ ਲਵਾਈਏ ਜਦੋਂ 3 ਨਕਾਰ ਹੀ ਦਿੱਤੀਆਂ ਆ? 4 ਸ਼ੁਰੂ ਹੋ ਗਈਆਂ ਮੈਂ ਉਹੀ ਗੱਲ ਕਰਦਾ ਕਿ 3 ਤਾਂ ਉਹਨਾਂ ਨੇ, 3 ਆਲਰੇਡੀ ਤਿੰਨਾਂ ਨੂੰ ਤਾਂ ਕਨਫਰਮ ਮੰਨਣਾ ਹੀ ਨਹੀਂ। ਕਰਤੀਆਂ ਨੇ, 3 ਆਲਰੇਡੀ ਤਿੰਨਾਂ ਨੂੰ ਨਵੇਂ ਓਮਨੀਕੋਡ ਦੀਆਂ ਕਨਫਰਮ ਕਰਤੀਆਂ ਨੇ। ਨਾਲੇ ਉਹ ਕਹਿੰਦੇ ਨੇ, ਖੁਦ ਕਹਿ ਰਹੇ ਨੇ, ਐਵਰੀ 3 ਮੰਥਸ ਲੱਗਿਆ ਕਰਨੀ ਹੈ। ਤੋ 3 ਮੰਥ ਦੇ ਬੇਸ ਤੇ ਐਵਰੀ ਈਅਰ 4 ਲੱਗਿਆ ਕਰਨਗੀਆਂ। ਤੁਸੀਂ ਪਹਿਲੀ ਗੱਲ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਭਾਈ ਤੁਸੀਂ ਸਾਨੂੰ ਦਿਖਾ ਲੋਗੇ ਕਿੱਥੇ ਐਕਸਪੈਰੀਮੈਂਟ ਤੁਸੀਂ ਜਾਨਵਰਾਂ ਦੇ ਕੀਤੇ ਤੇ 15 ਤੋਂ 20 ਸਾਲ ਤੁਸੀਂ ਲੋਕਾਂ ਨੂੰ ਦੇਈ ਜਾਂਦੇ ਆ ਵੈਕਸੀਨੇਸ਼ਨ। ਨਹੀਂ, ਨਾਲੇ ਜਦੋਂ ਲੋਕਾਂ ਦੇ ਟੀਕੇ ਲੱਗਣੇ ਸ਼ੁਰੂ ਹੋਏ ਸੀ, ਜੇ ਆਪਾਂ ਪਹਿਲਾਂ ਗੱਲ ਚੱਲ ਜੀਏ ਪਿਛਲੇ ਸਾਲ ਦੀ, ਜਦੋਂ ਪਹਿਲੀ ਡੋਜ਼ ਹਜੇ ਲੱਗਣੀ ਸੀਗੀ ਲੋਕਾਂ ਦੇ, ਉਦੋਂ ਕਿਉਂ ਨਹੀਂ ਦੱਸਿਆ ਕਿ ਇਹਦੀ ਐਫੀਕੇਸੀ ਹੈ, ਜਿਹੜੀ ਉਹ ਇਫੈਕਟਿਵਨੈਸ ਆ, ਉਹ ਥੋੜੇ ਚਿਰ ਬਾਅਦ ਉਹ ਚੱਲ ਜਾਣੀਆਂ। ਉਦੋਂ ਉਹਨਾਂ ਨੂੰ ਪਤਾ ਨਹੀਂ ਸੀਗਾ। ਜੇ ਨਹੀਂ ਪਤਾ ਤਾਂ ਫਿਰ ਐਕਸਪੈਰੀਮੈਂਟਲ ਮੈਡੀਸਨ ਨਹੀਂਗਾ, ਤੇ ਜੇ ਐਕਸਪੈਰੀਮੈਂਟਲ ਹੈ ਤਾਂ ਨਿਊਰਮਬਰਗ ਕੋਡ ਦੇ ਮੁਤਾਬਕ ਇਹ ਗਲਤ ਆ। ਦੂਸਰਾ ਇਹ ਹੈ ਕਿ ਐਕਸਪੈਰੀਮੈਂਟ ਹਿਊਮਨ ਦੇ ਕਿਉਂ? ਹਿਊਮਨ ਹੀ ਲੱਭੇ ਇਹਨਾਂ ਨੂੰ। ਇਹਦਾ ਮਤਲਬ ਇਹ ਆ ਕਿ ਇੱਥੋਂ ਇਹ ਸਾਬਤ ਹੁੰਦਾ ਕਿ ਡੀਪੋਪੂਲੇਸ਼ਨ ਇਹਨਾਂ ਨੇ ਕਰਨੀ ਆ। ਦੈਟਸ ਇਟ। ਇਹ ਡਜ਼ਨਟ ਮੈਟਰ, ਜਿੱਦਾਂ ਵੀ ਬਾਈ ਹੁੱਕ ਐਂਡ ਕਰੁੱਕ ਇਹਨਾਂ ਨੇ ਡੀਪੋਪੂਲੇਸ਼ਨ ਕਰਨੀ ਹੀ ਕਰਨੀ ਆ। ਦੈਟਸ ਇਟ। ਦੈਟਸ ਦਾ ਵੇ ਦੇ ਡੂ। ਕਿਉਂਕਿ ਇਹ ਤਾਂ ਹੁਣ ਸਾਬਤ ਹੋ ਚੁੱਕਾ ਕਿ ਡੀਪੋਪੂਲੇਸ਼ਨ ਦਾ ਇਹ ਸਾਰਾ ਏਜੰਡਾ ਹੈਗਾ ਆ। ਔਰ ਜਿਹੜਾ ਬਿਲ ਗੇਟਸ ਨੇ ਆਲਰੇਡੀ 2017 ਦੇ ਵਿੱਚ 75% ਯੂਜ਼ਲੈਸ ਈਟਰ ਕਿਹਾ ਸੀਗਾ, ਉਹਦਾ ਕੀ ਮਤਲਬ ਆ? ਉਹਦਾ ਤਾਂ ਇੱਕੋ ਹੀ ਮਤਲਬ ਆ ਕਿ ਇਹਨਾਂ ਨੇ 75% ਯੂਜ਼ਲੈਸ ਈਟਰ ਦਾ ਮਤਲਬ 75% ਲੋਕ ਨਹੀਂ ਚਾਹੀਦੇ, ਇਹਨਾਂ ਨੂੰ 25% ਚਾਹੀਦੇ ਆ। ਔਰ ਭੈਣ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਆਈ ਡੋਂਟ ਨੋ ਤੁਸੀਂ ਨਿਊਜ਼ ਪੜ੍ਹੀ ਸੀ ਕਿ ਨਹੀਂ। ਅਕਤੂਬਰ 9 ਦਾ ਅਖਬਾਰ ਆ ਸਨ, ਟੋਰਾਂਟੋ ਸਨ ਦੇ ਵਿੱਚ, ਉਹਦੇ ਵਿੱਚ 2,20,000 ਬੰਦਿਆਂ ਨੂੰ ਇਹਨਾਂ ਨੇ ਐਗਜ਼ੈਂਪਟ ਕਰ ਦਿੱਤਾ, ਫੈਡਰਲ ਦੇ EMPLOYEES ਨੂੰ। 2,20,000। I'm aware of everything. I'm not denying the fact. ਨਹੀਂ ਕਹਿਣ ਦਾ ਮਤਲਬ ਕਿ ਅਸੀਂ ਦਾ ਮਤਲਬ ਇਹ ਨਹੀਂ ਹੈ। All these things I'm aware. ਮੈਂ ਤੁਹਾਨੂੰ ਅਪਰੋਚ ਦੀ ਗੱਲ ਕਰਦੀ ਕਿ ਆਪਾਂ ਅਪਰੋਚ ਕਿੱਦਾਂ ਦੀ ਕਰਨੀ ਹੈ। These facts ਮੈਂ ਪਹਿਲੇ ਵੀ ਰਿਲੇਟ ਕਰ ਚੁੱਕੀ। These facts are there, whatever they are. My concern, the way I'm saying things is, ਆਪਣੀ ਅਪਰੋਚ ਕੀ ਹੈ ਕਿ ਅਸੀਂ ਕਿੱਦਾਂ ਦੀ ਅਪਰੋਚ ਕਰਕੇ ਇਸ ਚੀਜ਼ ਦੇ ਜਿਸਾ ਡੋਰ ਖੋਲਣੀ ਹੈ। ਜਦ ਡੋਰ ਖੁੱਲ ਗਈ, everything will pour out. We just need to find the right approach. ਜਿੱਦਾਂ ਅਸੀਂ ਕਹਿੰਦੇ ਨਾ, ਫਰੈਂਡ ਸੁਣਦੇ ਨੇ, ਸੰਗਤ ਸੁਣਦੀ ਨਹੀਂ ਸੁਣਦੀ, ਜੋ ਵੀ ਕਰਦੀ ਹੈ, ਜੇ ਉਹ ਸੁਣੇਗੀ, ਜੇ ਉਹ ਸਮਝੇਗੀ ਤਾਂ ਹੀ ਉਹ ਕੁਐਸਚਨ ਕਰੇਗੀ ਨਾ, ਅੱਗੇ ਤੋਂ ਅੱਗੇ ਲਿੰਕ ਕਰੇਗੀ। ਜੇ ਉਹ ਪਹਿਲੇ ਕਹਿ ਦਿੰਦੇ ਨੇ ਕਿ ਵੀ ਹੈਵ, ਜਿਸਾ ਭੈਣ ਜੀ ਨੇ ਹੁਣੇ ਕਿਹਾ ਕਿ ਵੀ ਹੈਵ ਟੂ ਬੀ ਐਂਬੀਡੀਐਂਸ, ਅਸੀਂ ਕਿਉਂ ਨਹੀਂ ਕਰਦੇ, ਸਾਰੇ ਕਰ ਰਹੇ ਨੇ, ਸਕੂਲ ਦੇ ਬੱਚੇ ਕਿਉਂ ਨਹੀਂ ਕਰ ਰਹੇ। All these things will go over their head. That's what I'm trying to say. ਮੈਂ ਪਿਛਲੇ ਦਿਨਾਂ ਚ ਕਿਸੇ ਨਾਲ ਗੱਲ ਕੀਤੀ ਸੀਗੀ ਇੰਡੀਆ ਤੋਂ ਨੇ, ਤਾਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਇੰਜੈਕਸ਼ਨ ਵੈਕਸੀਨ ਲਗਾਈਏ, ਕਹਿੰਦੇ ਹਾਂਜੀ, ਕਹਿੰਦੇ ਅਸੀਂ ਸੈਕੰਡ ਡੋਜ਼ ਵੀ ਕੀਤਾ, ਥਰਡ ਅਸੀਂ ਵੀ ਰੈਡੀ ਹਾਂ, ਅਸੀਂ ਕਰ ਲੈਣੀ ਹੈ। ਮੈਂ ਉਹਨਾਂ ਨੂੰ ਰੋਕਿਆ, ਮੈਂ ਕਿਹਾ ਭੈਣ ਜੀ ਤੁਹਾਨੂੰ ਪਤਾ ਇਹਦੇ ਵਿੱਚ ਹੈਗਾ ਕੀ, ਤੁਸੀਂ ਥੋੜਾ ਜਿਹਾ ਸੋਚ ਵਿਚਾਰ ਕੇ ਕਰੋ। ਕਹਿੰਦੇ ਨਹੀਂ ਜੀ ਤੁਹਾਨੂੰ ਪਤਾ ਨਹੀਂ ਹੈ, ਪਿਛਲੇ ਸਾਲ ਜਿਹੜੇ ਦਿੱਲੀ ਦੇ ਹਾਲਾਤ ਇੱਥੇ ਹੋਏ ਸਨ, ਜਿਹੜੇ ਅਸੀਂ ਵੇਖੇ ਨੇ, ਜਿਹੜੇ ਸਾਡੇ ਘਰ ਦੇ ਫੈਮਿਲੀ ਮੈਂਬਰ ਮਰੇ ਨੇ, ਜਿਹਨਾਂ ਦੀ ਡੈਥ ਹੋਈ ਹੈ, ਤੁਸੀਂ ਇੱਥੋਂ ਦਾ ਜਿਹੜੇ ਹਾਲਾਤ ਤੁਸੀਂ ਵੇਖ ਲੈਂਦੇ, ਫਿਰ ਤੁਸੀਂ ਆਹ ਗੱਲਾਂ ਨਹੀਂ ਸੀ ਕਰਨੀਆਂ। ਵੈਕਸੀਨ ਸਾਨੂੰ ਸੇਵ ਕਰ ਰਹੀ ਹੈ। ਮੈਂ ਕਿਹਾ ਦੇਖੋ ਜੀ,
ਮੈਂ ਕਿਹਾ ਦੇਖੋ ਤੁਹਾਨੂੰ ਇਮੋਸ਼ਨਲੀ ਜਿਹੜੇ ਟੀਵੀ ਹੈਗੇ ਨੇ, ਤੁਸੀਂ 4 ਦਿਨ ਆਪਣੇ 21 ਦਿਨ ਨੂੰ ਲੈ ਲਓ, 20 ਦਿਨਾਂ ਵਾਸਤੇ ਟੀਵੀ ਆਪਣੇ ਬੰਦ ਕਰ ਦਿਓ, ਕੋਈ ਨਿਊਜ਼ ਨਾ ਸੁਣੋ, ਤੁਹਾਡੇ ਘਰ ਦਾ ਵਾਤਾਵਰਨ ਖੁਸ਼ਹਾਲ ਹੋ ਜਾਏਗਾ, ਕੋਈ ਤੁਹਾਨੂੰ ਏਦਾਂ ਦੀ ਡਰ ਭੈ ਨਹੀਂ ਬਾਹਰ। ਮੈਂ ਕਿਹਾ ਜੇ ਦੇਖੋ ਇਹਨਾਂ ਨੇ ਥੋੜਾ ਜਿਹਾ ਇੱਕ ਦਿੱਲੀ ਵਿੱਚ ਇੱਕ ਫਿਊਨਰਲ ਆਫਿਸ ਨਹੀਂ ਹੈਗਾ, ਇੱਕ ਕ੍ਰੇਮੇਟੋਰੀਅਮ ਦਿੱਲੀ ਵਿੱਚ ਨਹੀਂ ਹੈਗਾ। ਦਿੱਲੀ ਵਿੱਚ ਥਾਂ ਥਾਂ ਤੇ ਕ੍ਰੇਮੇਟੋਰੀਅਮ ਬਣੇ ਹੋਏ ਨੇ, ਪਰ ਉਸ ਦਿਨਾਂ ਵਿੱਚ ਉਹਨਾਂ ਨੇ ਇੱਕੋ ਹੀ ਕ੍ਰੇਮੇਟੋਰੀਅਮ ਨੂੰ ਕਿਉਂ ਜ਼ਿਆਦਾ ਇਸਤੇਮਾਲ ਕੀਤਾ? ਕਿਉਂਕਿ ਜਿੰਨੇ ਜ਼ਿਆਦਾ ਉੱਥੇ ਰਸ਼ ਹੋਏਗੀ, ਉਹਨਾਂ ਕੋਲ ਜ਼ਿਆਦਾ ਮੂਵੀ ਤੇ ਉਹਨਾਂ ਕੋਲ ਪ੍ਰੋਪਾਗੈਂਡਾ ਉੱਥੇ ਕਰ ਸਕਣਗੇ। ਬਿਲਕੁਲ ਡਰ ਪੈਦਾ ਕੀਤਾ ਜਾਵੇ, ਦਿਖਾਇਆ ਜਾਵੇ ਕਿ ਬਹੁਤ ਕ੍ਰੀਏਟ ਕੀਤਾ ਗਿਆ ਡਰ। ਉਹ ਬਿਲਕੁਲ ਟੋਟਲੀ ਸ਼ੀ ਵਾਸ ਟੋਟਲੀ ਡਿਨਾਈ ਫॉर दैट ਕਿ ਨਹੀਂ ਸਾਡੇ ਮੈਂਬਰ ਇੰਨੇ ਡੈਥ ਹੋ ਗਏ। ਮੈਂ ਕਿ ਭੈਣ ਜੀ ਮੇਰੇ ਆਪਣੇ ਇੱਥੇ ਆਪਾਂ ਯੂਕੇ ਵਿੱਚ ਰਹਿੰਦੇ ਆ ਤੇ ਲੰਡਨ ਦੇ ਵਿੱਚ ਮੇਰੀ ਆਪਣੀ ਕੌਮ ਦੇ ਤਾਂ ਲਗਭਗ 200-250 ਦੇ ਬੰਦੇ 250 ਦੇ ਆਸ-ਪਾਸ ਲੋਕ ਮਰ ਗਏ, ਠੀਕ ਹੈ। ਬਟ ਜੇ ਮੈਂ ਸੋਚਾਂ ਕਿ ਸਾਡਾ ਬਲੱਡ ਪ੍ਰੈਸ਼ਰ ਵੀ ਹੈਗਾ ਹੈ, ਸ਼ੂਗਰ ਵੀ ਹੈਗੀ ਹੈ, ਕੈਂਸਰ ਵੀ ਹੈਗਾ, ਕਿਡਨੀ ਫੇਲ ਵੀ ਹੈਗੇ ਨੇ ਲੋਕਾਂ ਤਾਈਂ, ਸਟ੍ਰੋਕ ਵੀ ਹੁੰਦਾ ਹੈ, ਉਹ ਸਾਰੇ ਪੇਸ਼ੈਂਟ ਕਿੱਥੇ ਗਏ ਫਿਰ? ਬਿਲਕੁਲ ਬਿਲਕੁਲ ਤੇ ਟੈਨਸ਼ਨ ਹੈ, ਡਿਪਰੈਸ਼ਨ ਹੈ, ਲੋਕ ਸੁਸਾਈਡ ਕਰਦੇ ਨੇ, ਉਹ ਲੋਕ ਕਿੱਥੇ ਗਏ ਫਿਰ? ਜੇ ਸਾਰੇ ਕੋਵਿਡ ਵਿੱਚ ਕਾਊਂਟ ਹੋਣ ਲੱਗੇ ਨੇ, ਉਹ ਲੋਕ ਕਿੱਥੇ ਚਲੇ ਗਏ ਨੇ ਆਪਣੇ? ਬਿਲਕੁਲ ਭੈਣ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ ਅਮਰੀਕਾ ਦੇ ਵਿੱਚ ਫਲੂ ਦੇ ਨਾਲ ਲੱਖਾਂ ਲੋਕਾਂ ਦੀ ਜਾਨਾਂ ਜਾਂਦੀਆਂ ਸੀਗੀਆਂ, ਔਰ 2020 ਦੇ ਵਿੱਚ ਇਹਨਾਂ ਨੇ ਫਲੂ ਦੇ ਸਿਰਫ 2000 ਪੇਸ਼ੈਂਟ ਕੱਢੇ, 2000। ਔਰ 2021 ਦੇ ਵਿੱਚ ਕੱਢਿਆ ਹੀ ਕੋਈ ਨਹੀਂ। ਮਤਲਬ ਉਹ ਕਿੱਥੇ ਚਲੇ ਗਏ ਜਿਹੜੇ ਲੱਖਾਂ ਲੋਕ? ਈਵਨ ਕੈਨੇਡਾ ਵਿੱਚ ਵੀ ਸੇਮ। ਔਰ ਇੱਥੇ ਕੈਨੇਡਾ ਦੇ ਵਿੱਚ ਬੋਰਡ ਲੱਗੇ ਹੁੰਦੇ ਸੀਗੇ ਹਾਈਵੇ ਦੇ ਉੱਤੇ ਕਿ ਫਲੂ ਸ਼ਾਟ ਲਗਾਓ, ਉਹ ਹੁਣ ਕਿੱਥੇ ਚਲੇ ਗਏ ਉਹ ਬੋਰਡ? ਸਾਡਾ ਆਪਣਾ ਇੱਕ ਜਾਣ ਪਛਾਣ ਦਾ ਫਰੈਂਡ ਸੀ, ਐਡਮਿਟ ਹੋਇਆ, ਉਹਨੂੰ ਕੋਵਿਡ ਹੋਇਆ, ਰਿਕਵਰ ਵੀ ਹੋ ਗਿਆ, ਬਟ ਉਹਦਾ ਸਾਈਡ ਉਹਨੂੰ ਡਾਇਬੀਟਿਸ ਸੀ ਐਂਡ ਹੀ ਹੈਡ ਅਦਰ ਹਾਰਟ ਇਸ਼ੂਜ਼ ਐਸ ਵੈਲ। He died of heart attack, but ਉਹਦੇ ਡੈਥ ਸਰਟੀਫਿਕੇਟ ਦੇ ਉੱਤੇ ਲਿਖਿਆ ਹੋਇਆ cause of death COVID. He died of a heart attack. Yeah, like my uncle. Yeah, there are many deaths that happened and it's all been labeled under ਭੈਣ ਜੀ COVID. You ਮੈਂ know, ਤੁਹਾਨੂੰ ਹੋਰ ਦੱਸਦਾ, ਮੇਰੇ ਅੰਕਲ ਨੇ Wednesday he was admitted to the hospital, ਉਹਦੇ ਬੱਚਿਆਂ ਨੂੰ ਹਸਪੀਟਲ ਭੇਜ ਦਿੱਤਾ ਸੀਗਾ and he was talking every ਰੋਜ਼ਾਨਾ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀਗਾ। ਤੇ ਬੁੱਧਵਾਰ ਇਹਨੇ ਮੇਰੇ ਨਾਲ ਸਵੇਰੇ 10 ਵਜੇ ਕਾਲ ਕੀਤੀ ਹੈ, ਫਿਰ 12 ਵਜੇ ਕਾਲ ਕੀਤੀ ਹੈ, 1 ਵਜੇ ਕਾਲ ਕੀਤੀ, 1 ਵਜੇ ਦੀ ਕਾਲ 3.5 ਘੰਟੇ ਲਗਾਤਾਰ ਇਹਨੇ ਮੈਨੂੰ ਫੋਨ ਤੇ ਗੱਲ ਕੀਤੀ ਹੈ। ਤੇ ਉਹਨੂੰ ਮੈਂ ਕਿਹਾ ਅੰਕਲ ਮੇਰੇ ਬੱਚਿਆਂ ਦੀ ਆਨਲਾਈਨ ਕਲਾਸ ਹੈ, ਆਈ ਹੈਵ ਟੂ ਗੋ। ਤਾਂ ਉਦੋਂ ਫੋਨ ਉਹਦੇ ਨਾਲ ਰੱਖਿਆ, ਉਹ ਕਹਿੰਦਾ ਮੈਨੂੰ ਇੱਥੋਂ ਤੁਸੀਂ ਕੱਢ ਕੇ ਲੈ ਜਾਓ, ਇਹਨਾਂ ਨੇ ਮੈਨੂੰ ਮਾਰ ਦੇਣਾ। ਐਂਡ ਹੀ ਵਾਸ ਸਪੀਕਿੰਗ, ਮਤਲਬ ਜਿੱਦਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਜਿਹੜੀ ਆਵਾਜ਼ ਦੇ ਨਾਲ, ਬੁਲੰਦ ਆਵਾਜ਼ ਦੇ ਨਾਲ, ਇਸ ਤਰੀਕੇ ਨਾਲ ਉਹ ਮੈਨੂੰ ਉੱਚੀ ਗੱਲ ਕਰਦਾ ਪਿਆ ਸੀਗਾ। ਤੇ ਉਹਨੇ ਨੇ ਨਰਸਾਂ ਨੂੰ ਥੋੜੀ ਜਿਹੀ ਅਬਿਊਜ਼ ਵੀ ਕੀਤਾ ਕਿ ਤੁਸੀਂ ਮੈਨੂੰ ਕਾਹਤੇ ਇੱਥੇ ਰੁਕਿਆ ਹੋਇਆ, ਤੇ ਨਰਸਿਸ ਨੇ ਮੇਰੇ ਨਾਲ ਗੱਲ ਕੀਤੀ। ਪਰ ਉੱਥੇ ਗੱਲ ਮੇਨ ਇਹ ਹੋਈ ਕਿ ਉਹ 3 ਵਜੇ ਤੱਕ ਬੰਦਾ ਬਿਲਕੁਲ ਇੱਕ ਬਹਾਦਰ ਸ਼ੇਰ ਵਾਂਗੂ ਬੋਲ ਰਿਹਾ ਸੀਗਾ, ਤੇ ਉਹਨੂੰ ਫਿਰ ਟਮਾਟਰ ਸੂਪ ਲਿਆ ਕੇ ਦਿੱਤਾ। ਸੂਪ ਤੋਂ ਬਾਅਦ ਉਹਨੇ ਫਿਰ ਸ਼ਾਮੀ ਮੇਰੀ ਫੋਨ ਨਹੀਂ ਚੁੱਕੀ, ਥਰਸਡੇ ਉਹਨੇ ਫੋਨ ਨਹੀਂ ਚੁੱਕਿਆ, ਥਰਸਡੇ ਈਵਨਿੰਗ ਹਸਪੀਟਲ ਤੋਂ ਫੋਨ ਆਇਆ ਕਿ ਉਹਦੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਆ ਕੇ ਉਹਨੂੰ ਮਿਲ ਸਕਦੇ ਹੋ। ਜੀ ਇਹ ਜੋ ਹੁਣ ਪਹਿਲਾਂ ਤਾਂ ਡਰ ਪਾਇਆ ਗਿਆ ਕਿ ਲੋਕਾਂ 'ਚ ਕੀ ਹਸਪੀਟਲ ਜਾਣ, ਹਸਪੀਟਲ ਕਤਲ ਘਰ ਬਣ ਗਏ ਸੀ, ਉੱਥੇ ਮਰਡਰ ਹੋਏ ਨੇ ਹਸਪੀਟਲਾਂ 'ਚ, ਜਿਹੜਾ ਇੰਨਾ ਕਤਲੇਆਮ ਹੋਇਆ ਹਸਪੀਟਲਾਂ 'ਚ ਹੋਇਆ ਇਹ ਸਾਰਾ ਕਤਲੇਆਮ। ਕਿਉਂਕਿ ਪਹਿਲੀ ਗੱਲ ਤਾਂ ਮਾੜੀ ਜਿਹੀ ਗੱਲ ਤੇ ਉਹਨਾਂ ਨੇ ਇਹ ਜਿਹੀਆਂ ਦਵਾਈਆਂ ਦਿੱਤੀਆਂ ਜੋ ਹੁਣ WHO ਮੰਨ ਵੀ ਰਹੀ ਹੈ, ਰੈਮਡੈਸਿਵਿਰ ਵਰਗੀਆਂ ਜਾਂ ਹੋਰ ਏਦਾਂ ਦੀਆਂ ਦਵਾਈਆਂ ਦੇ ਕੇ, ਸਟੀਰੋਇਡਸ ਦੇ ਕੇ ਉਹਨਾਂ ਨੇ ਅੰਦਰੋਂ ਕਮਜ਼ੋਰ ਕਰਤਾ, ਲੰਗਸ ਅੰਦਰੋਂ ਪਾਣੀ ਭਰ ਗਿਆ, ਫਿਰ ਵੈਂਟੀਲੇਟਰ ਚਾੜਤਾ। ਵੈਂਟੀਲੇਟਰ ਤੇ 1 ਵੇ ਸਟਰੀਟ ਆ। ਤੇ ਇਹਨਾਂ ਨੇ ਇਹ ਸਾਰਾ ਸੋਚੀ ਸਮਝੀ ਪ੍ਰੋਟੋਕਾਲ ਦੇ ਮੁਤਾਬਕ ਕਤਲੇਆਮ ਸਾਰਾ ਕੀਤਾ ਗਿਆ, ਤੇ ਨਾਲੇ ਪੜ੍ਹੇ ਲਿਖਿਆਂ ਦੇ ਹੱਥਾਂ ਵਿੱਚ ਮਤਲਬ ਹੋਲੋਕਾਸਟ ਹੋਇਆ। ਔਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਦੇਖੋ ਜਦੋਂ ਐਡਾ ਵੱਡਾ ਅਡੰਬਰ ਰਚਿਆ ਜਾ ਰਿਹਾ, ਔਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਪੜ੍ਹੇ ਲਿਖੇ ਵੀ ਲੋਕ ਆ, ਚਲੋ ਸਾਡੇ ਮੈਂਬਰ ਤਾਂ ਚਲੋ ਉਜਾਗਰ ਹੈਗੇ ਹੀ ਆ, ਔਰ ਆਪਣੇ ਵਿੱਚੋਂ ਵੀ ਕਈ ਬੰਦੇ ਆ ਜਿਹੜੇ ਮਤਲਬ ਕਿ ਕੋਵਿਡ ਨੂੰ ਮੰਨੀ ਜਾਂਦੇ ਕੋਵਿਡ ਹੈਗਾ ਆ, ਜਦੋਂ ਭਾਜੀ ਪਤਾ ਆ ਕਿ ਇਹ ਫਰਾਡ ਆ। ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਆ, ਜੀ ਕੋਈ ਨਹੀਂ ਜੀ ਕੋਵਿਡ ਹੈਗਾ ਆ, ਦਵਾਈ ਜੇ ਲੈਣੀ ਹੈ ਤਾਂ ਅਸੀਂ ਦੇ ਦਿੰਦੇ ਹਾਂ। ਗਰੁੱਪ 'ਚ ਇੱਦਾਂ ਦੇ ਬੰਦੇ ਵੀ ਆ। ਭਾਈ ਜਦੋਂ ਕੋਵਿਡ ਹੈ ਹੀ ਨਹੀਂ ਗਾ ਤੇ ਫਿਰ ਦਵਾਈ ਕਾਹਦੀ? ਜਦੋਂ ਆਲਰੇਡੀ ਆਈਸੋਲੇਟ ਹੀ ਨਹੀਂ ਹੋਇਆ, ਆਈਸੋਲੇਟ ਕਿੱਦਾਂ ਹੋਵੇ? ਰੇਡੀਏਸ਼ਨ ਨੂੰ ਆਈਸੋਲੇਟ ਥੋੜ੍ਹਾ ਹੋ ਸਕਦੀ ਆ।
ਹਾਂਜੀ ਉਹ ਏਦਾਂ ਹੋਊਗਾ ਮੈਨੂੰ ਲੱਗਦਾ ਵੀਰ ਜੀ, ਜਿਹੜਾ ਉਹ ਰੇਡੀਏਸ਼ਨ ਨਾਲ ਵੀ ਜਿਵੇਂ ਤੁਸੀਂ ਕਹਿ ਰਹੇ ਜੋ ਅਸਰ ਹੋ ਰਿਹਾ ਸਰੀਰ ਤੇ, ਉਹ ਜਿਹੜੇ ਸਿੰਪਟਮਸ ਆ ਰਹੇ ਨੇ ਜਿਵੇਂ ਖੰਘ ਜਾਂ ਲੰਗਸ ਦੀ ਪ੍ਰੋਬਲਮ ਆ ਰਹੀ ਆ, ਉਹਨਾਂ ਕਰਕੇ ਕੁਝ ਦੇਸੀ ਨੁਸਖੇ ਜਾਂ ਉਹ ਜਿਹੀਆਂ ਹੈਗੇ ਨੇ ਜਿਹੜੇ ਥੋੜਾ ਫਰਕ ਪਾਉਂਦੇ ਨੇ। ਜਿਵੇਂ ਕਈ ਆਪਣੇ ਕੈਲਗਰੀ ਚ ਡਾਕਟਰ ਨੇ ਇੱਕ ਦਵਾਈ, ਜਿਹੜੇ ਹਸਪੀਟਲ ਚ ਮਰੀਜ਼ ਸੀ ਉਹਨਾਂ ਨੂੰ ਦਵਾਈ ਦਿੱਤੀ ਸੀ ਉਹ ਜਿਹਦੇ ਨਾਲ ਠੀਕ ਹੋ ਗਏ ਸੀ, ਪਰ ਉਹ ਹਸਪੀਟਲ ਦੇ ਪ੍ਰੋਟੋਕਾਲ ਵਿੱਚ ਨਹੀਂ ਸੀਗਾ। ਜਦੋਂ ਮਰੀਜ਼ ਠੀਕ ਹੋ ਗਏ ਉਹਨੂੰ ਫੋਨ ਆ ਗਿਆ ਕਿ 15 ਮਿੰਟਾਂ ਚ ਤੂੰ ਹਸਪੀਟਲ ਚੋਂ ਬਾਹਰ ਨਿਕਲ ਜਾ, ਤੇਰੀ ਡਿਊਟੀ ਬੰਦ। ਏਦਾਂ ਹੀ ਡਾਕਟਰਾਂ ਨੂੰ, ਜਿਹੜੇ ਫਿਜ਼ੀਸ਼ੀਅਨਸ ਹਨ, ਸਰਜਨਸ ਐਸੋਸੀਏਸ਼ਨਸ ਹੈਗੀਆਂ, ਉਹਨਾਂ ਨੇ ਸਾਰੇ ਆਪਦੇ ਡਾਕਟਰਾਂ ਨੂੰ ਚਿੱਠੀਆਂ ਘਲਾਈਆਂ ਹੋਈਆਂ, ਜੇ ਤੁਸੀਂ ਵੈਕਸੀਨ ਦੇ ਖਿਲਾਫ ਬੋਲੇ ਤੁਹਾਡਾ ਲਾਇਸੈਂਸ ਰੱਦ ਹੋ ਸਕਦਾ, ਤੇ ਬਹੁਤਿਆਂ ਦੇ ਰੱਦ ਕੀਤੇ ਆ ਜਿਹੜੇ ਬੋਲੇ ਡਾਕਟਰ। ਤੇ ਇਹ ਸਾਇੰਸ ਕਿੱਥੇ ਹੋਗੀ ਜਿੱਥੇ ਆਪਾਂ ਕੁਐਸਚਨ ਨਹੀਂ ਕਰ ਸਕਦੇ? ਕੋਈ ਸਾਇੰਟਿਸਟ ਜਿਨ੍ਹਾਂ ਨੇ ਟੈਕਨੋਲੋਜੀ ਇੰਨੀਆਂ ਬਣਾਈਆਂ, ਜਿਵੇਂ ਕੈਰੀ ਮੁਲਸ ਨੇ PCR ਟੈਸਟ ਬਣਾਇਆ, ਜਿਹਨੇ ਕਿਹਾ ਸੀ ਇਹ ਏਦਾਂ ਡਾਇਗਨੋਸਿਸ ਲਈ ਵਰਤਿਆ ਹੀ ਨਹੀਂ ਜਾ ਸਕਦਾ। mRNA ਟੈਕਨੋਲੋਜੀ, ਜਿਵੇਂ ਡਾਕਟਰ ਰੋਬਰਟ ਮਲੋਨ, ਉਹਨਾਂ ਦਾ ਬਹੁਤ ਵੱਡਾ ਹੱਥ ਸੀ ਬਣਾਉਣ 'ਚ, ਤੇ ਉਹ ਜਦ ਕਹਿ ਰਹੇ ਨੇ ਕਿ ਇਹ ਬੱਚਿਆਂ ਦੇ ਨਾਲ ਲਵਾਓ, ਕਿਸੇ ਦੇ ਨਾਲ ਲਵਾਓ, ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਵੀ ਕੱਢਤਾ, ਮੇਨ ਸਟ੍ਰੀਮ ਦੇ ਤਾਂ ਆਉਣ ਹੀ ਨਹੀਂ ਦਿੰਦੇ, ਸਗਾ ਉਹਨਾਂ ਦੇ ਖਿਲਾਫ ਉਲਟ ਪ੍ਰਚਾਰ ਕੀਤਾ। ਆਪਣੇ ਡਾਕਟਰ ਲਾ ਲਓ, ਡਾਕਟਰ ਭੈਣ ਜੀ, ਡਾਕਟਰ ਕੁਲਵਿੰਦਰ ਕੌਰ ਔਰ ਡਾਕਟਰ ਐਸ਼ ਕੌਰ ਜਿਹੜੇ ਨੇ ਓਨਟਾਰੀਓ ਵੱਲ, ਉਹਨਾਂ ਨੂੰ ਪਿਛਲੇ ਸਾਲ ਕਿੰਨਾ ਮੀਡੀਆ 'ਚ ਭੰਡਿਆ ਗਿਆ ਕਿ ਇਹ ਕਨਸਪੀਰੇਸੀ ਥਿਊਰਿਸਟ ਨੇ, ਇਹ ਏਦਾਂ ਨੇ। ਉਹ ਸਿਰਫ ਇਹੀ ਕਹਿ ਰਹੀ ਹੈ ਕਿ ਚੋਇਸ ਹੋਣੀ ਚਾਹੀਦੀ ਹੈ, ਤੇ ਸਾਇੰਸ ਵਿੱਚ ਆਪਾਂ ਕੁਐਸਚਨ ਕਰ ਸਕਦੇ। ਇਹ ਕੁਐਸਚਨ ਕਿਉਂ ਨਹੀਂ ਕੀਤਾ ਜਾਂਦਾ? ਸੈਂਸਰਸ਼ਿਪ ਸਭ ਤੋਂ ਵੱਡੀ ਬਿਮਾਰੀ ਹੈ। ਸਾਰੀ ਵਿਕੀ ਹੋਈ ਅੱਜ। ਤੇ ਉਹ ਸਾਇੰਸ ਰਹਿੰਦੀ ਨਹੀਂ ਜਿੱਥੇ ਆਪਾਂ ਸਵਾਲ ਹੀ ਨਹੀਂ ਪੁੱਛ ਸਕਦੇ। ਸਾਇੰਸ ਬਣੀ ਆਪਣੇ ਸਵਾਲਾਂ ਤੋਂ, ਤੇ ਆਪਾਂ ਜੇ ਸਵਾਲ ਹੀ ਨਹੀਂ ਪੁੱਛ ਸਕਦੇ, ਦੈਟਸ ਨਾਟ ਸਾਇੰਸ ਐਨੀਮੋਰ। ਉਹ ਤਾਂ ਫਿਰ ਪ੍ਰੋਪੇਗੈਂਡਾ ਹੋ ਗਿਆ, ਇੱਕ ਅੰਧ ਵਿਸ਼ਵਾਸ ਹੋ ਗਿਆ, ਬਲਾਈਂਡ ਫੇਥ ਹੋ ਗਈ ਉਹ ਤਾਂ। ਹੁਣ ਨਵਾਂ ਅੰਧ ਵਿਸ਼ਵਾਸ। ਉੱਪਰ ਪਈ ਹੈ। ਹਾਂਜੀ, ਆਪਣੇ ਵੀ 5 ਮਿੰਟ ਰਹਿ ਗਏ ਨੇ, ਫਿਰ ਆਪਾਂ ਵੀ ਸਮਾਪਤੀ ਕਰਨੀ ਆ। ਤੇ ਹੋਰ ਵੀਰ ਜੀ ਇੰਦਰਜੀਤ ਵੀ ਇੱਥੇ ਜਿਹੜੇ ਡਾਕਟਰਸ ਨੇ, ਜੇ ਤੁਹਾਨੂੰ ਆਮ ਕੋਈ ਬਿਮਾਰੀ ਹੋਵੇ, ਤੁਹਾਨੂੰ ਡਾਕਟਰ ਦੀ ਅਪਾਇੰਟਮੈਂਟ ਨਹੀਂ ਮਿਲਦੀ ਯੂਕੇ ਵਿੱਚ। ਦਿਨ ਨਾ ਡਾਕਟਰ ਨਾ ਦਿਨ ਵੇਲੇ ਅਵੇਲੇਬਲ ਹੁੰਦੇ ਨੇ, ਨਾ ਐਮਰਜੈਂਸੀ ਅਵੇਲੇਬਲ ਹੁੰਦੇ ਨੇ, ਕੁਛ ਵੀ ਨਹੀਂ ਹੈ। ਲਗਭਗ ਪਿਛਲੇ 6-7 ਮਹੀਨਿਆਂ ਤੋਂ ਕੋਈ ਅਪਾਇੰਟਮੈਂਟਸ ਡਾਕਟਰ ਓਵਰ ਦਾ ਫੋਨ ਵੀ ਨਹੀਂ ਦਿੰਦੇ ਨੇ, ਤੇ ਉਹਦਾ ਦੇਖਣਾ ਤਾਂ ਦੂਰ ਦੀ ਗੱਲ, ਜਿੱਦਾਂ ਉਹਨਾਂ ਨੂੰ ਕੋਡ ਦੀ ਬਿਮਾਰੀ ਹੁੰਦੀ ਹੋਵੇ। ਸੌਰੀ ਟੂ ਸੇ ਦੈਟ। ਤੇ ਦੇਖੋ ਜੀ ਕਿੰਨੇ ਮਰੀਜ਼ ਨੇ ਜਿਹੜੇ ਡਾਕਟਰਾਂ ਤੇ ਪਹੁੰਚ ਨਹੀਂ ਸਕਦੇ, ਫਿਰ ਉਹਨਾਂ ਦਾ ਫਿਰ ਮਾੜਾ ਹੀ ਹਾਲਤ ਹੋ ਗਈ, ਫਿਰ ਮੌਤ ਵੀ ਹੋ ਸਕਦੀ ਹੈ। ਉਹ ਕਾਫੀ ਡਿਪਰੈਸ਼ਨ ਹੈ, ਉਹ ਇੱਕ ਬਲੱਡ ਪ੍ਰੈਸ਼ਰ ਹੈ, ਫਿਰ ਦਵਾਈਆਂ ਨੇ, ਫਿਰ ਉਹਨਾਂ ਨੂੰ ਜਿੱਦਾਂ ਉਹ ਜਿਹੜੇ ਲੋਕਾਂ ਨੂੰ ਆਦਤ ਸੀ ਜਿੱਦਾਂ ਕਿ ਹਰ ਇੱਕ ਗੱਲ ਤੇ ਵੀ, ਕਿਉਂਕਿ ਬੰਦਾ ਇੱਕ ਦੂਜੇ ਨਾਲ ਗੱਲ ਵੀ ਕਰਦਾ ਨਾ ਫੋਨ ਤੇ, ਉਹਦਾ ਕੀ ਹੁੰਦਾ, ਜਿਹੜਾ ਉਹਦਾ ਪ੍ਰੈਸ਼ਰ ਹੈ, ਜਿਹੜਾ ਡਿਪਰੈਸ਼ਨ ਹੈ, ਉਹ ਹਾਫ ਰਿਲੀਫ ਹੋ ਜਾਂਦਾ ਕਿਸੇ ਨਾਲ 2 ਗੱਲਾਂ ਕਰਕੇ ਵੀ। ਪਰ ਉਹ ਸੋਚਦੇ ਜਿੱਦਾਂ ਡਾਕਟਰ ਸਾਡੇ ਪਰਮਾਤਮਾ ਨੇ, ਤਾਂ ਡਾਕਟਰ ਹੱਥ ਲਾਇਆ ਜਾਂ ਦੇਖੇ ਸਾਨੂੰ ਠੀਕ ਆਪਾਂ ਹੋ ਸਕਦੇ ਆ, ਪਰ ਉਹ ਡਾਕਟਰ ਕੋਈ ਅਪਾਇੰਟਮੈਂਟ ਨਹੀਂ ਦਿੰਦੇ ਨੇ। ਜਦੋਂ ਵੀ ਫੋਨ I don't ਕਰੋ, know ਅਗਰ ਕਿਸੇ ਨੇ ਸੁਣਿਆ ਕਿ ਨਹੀਂ ਆਰਟੀਕਲ ਹਾਂਜੀ years old, 30 years old, 4th stage colon cancer, ਔਰ ਉਹਦੀ ਟ੍ਰੀਟਮੈਂਟ ਔਰ ਉਹਦੀ ਸਰਜਰੀ ਉਹਨਾਂ ਨੇ ਪੋਸਟਪੋਨ ਕਰਤੀ ਹੈ, ਕੋਈ ਡੇਟ ਨਹੀਂ ਦਿੱਤੀ ਹੋਈ। ਸੋ ਮਤਲਬ ਜਿਤਨੀ ਇੰਨੀ ਅਰਜੈਂਟ ਸਰਜਰੀ ਵੀ ਉਹਨਾਂ ਨੇ ਮਤਲਬ ਕੈਂਸਲ ਕੀਤੀ ਹੋਈ ਹੈ। ਇਸ ਜੰਗਲ ਆਊਟ देयर ਰਾਈਟ ਨਾਓ। ਹਾਂਜੀ, ਜੇ ਆਪਾਂ ਸਟੈਟਿਸਟਿਕ ਹੀ ਦੇਖ ਲਈਏ ਜੋ ਇਹਨਾਂ ਦੇ ਪਿਛਲੇ ਇੰਨੇ ਸਾਲਾਂ ਤੋਂ ਹੈ, ਸਭ ਤੋਂ ਵੱਧ ਮੌਤਾਂ ਕਿਹੜੇ ਕਾਰਨ ਹੁੰਦੀਆਂ? ਕਰੋਨਾ ਦੀ ਤਾਂ ਇੱਕ ਬਹੁਤ ਲਾਈਕ ਸਮਾਲ ਪਰਸੈਂਟੇਜ ਆ, ਕਿ ਉਹ ਬਾਕੀ ਸਾਰੇ ਮਰੀਜ਼ਾਂ ਨੂੰ ਹਸਪੀਟਲ 'ਚ ਨਹੀਂ ਜਾਣਾ, ਕੋਈ ਸਰਜਰੀ ਨਹੀਂ, ਕੁਛ ਨਹੀਂ, ਕੋਈ ਟ੍ਰੀਟਮੈਂਟ, ਸਾਰਾ ਕੁਝ ਲੋਕਡਾਊਨ ਕਰ ਦੇਣਾ, ਬੰਦ ਕਰ ਦੇਣਾ। ਇਟ ਡਸਨਟ ਮੇਕ ਐਨੀ ਕਾਮਨ ਸੈਂਸ ਐਟ ਆਲ, ਨਥਿੰਗ, ਨੋ ਸੈਂਸ। ਵੈਸੇ ਵੀ ਯੂਕੇ ਦੀ NHS ਤੋਂ ਅਮਰੀਕਾ ਨੇ ਖਰੀਦ ਲਿਆ। ਹਾਂਜੀ ਬਿਲਕੁਲ, ਜਾਂ ਤਾਂ ਫਿਰ ਉਹ ਅੰਡਰ ਅਮਰੀਕਾ ਹੀ ਜਾਏਗਾ। ਹਾਂਜੀ, ਉਹ ਕੰਪਨੀਆਂ ਫਿਰ ਉਹਨਾਂ ਦੇ ਕੰਟਰੈਕਟ, ਉਹਨਾਂ ਦੇ ਫਾਈਜ਼ਰ ਵਗੈਰਾ ਦੇ ਬੋਰਡ ਦੇ ਮੈਂਬਰ ਅੰਦਰ ਬੈਠੇ ਹੋਏ ਨੇ ਸਾਰਿਆਂ 'ਚ ਏਜੰਸੀਆਂ 'ਚ, ਜਿਹੜੇ ਇਹ ਹੈਲਥ ਏਜੰਸੀਜ਼ ਨੇ ਸਾਰੀਆਂ ਦੁਨੀਆ ਭਰ ਦੀਆਂ। ਜੀ ਬਿਲਕੁਲ। ਸੌਰੀ ਮੈਂ ਥੋੜਾ ਜਿਹਾ, ਮੈਨੂੰ ਫੋਨ ਆ ਗਿਆ ਸੀ ਕੋਈ ਜ਼ਰੂਰੀ, ਤੇ ਦੁਬਾਰਾ ਮੈਂ ਆਇਆ। ਹਾਂਜੀ, ਮੈਂ ਇੱਕ ਹੋਰ ਚੀਜ਼ ਵੀ ਕਹਿਣੀ ਚਾਹੁੰਦਾ ਆ ਕਿ ਦੇਖੋ, ਜਦੋਂ COVID-19 ਦਾ ਇਹ ਅਡੰਬਰ ਰਚਿਆ ਗਿਆ ਅਮਰੀਕਾ ਤੇ ਚਾਈਨਾ ਵੱਲੋਂ, ਜਦੋਂ ਅਮਰੀਕਾ ਇੰਨਾ ਕਹਿ ਰਿਹਾ ਸੀਗਾ ਕਿ ਜੀ ਚਾਈਨਾ ਦੇ ਵੱਲੋਂ ਆਇਆ, ਚਾਈਨਾ ਦਾ ਬਾਈਕਾਟ ਕਰੋ, ਸਾਰੀਆਂ ਕੰਟਰੀਆਂ ਨੂੰ ਕਿੱਦਾਂ ਉਹ ਮਤਲਬ ਕਰ ਰਿਹਾ ਸੀ, ਔਰ ਚਾਈਨਾ ਦੇ ਪ੍ਰੋਡਕਟ ਵੇਚ ਕੇ ਹੀ ਅਮਰੀਕਾ ਦੇ ਵਿੱਚ ਕਿੰਨੇ ਬਿਲੀਨੀਅਰ ਬਣ ਗਏ।
ਇਹ ਇੱਕ ਸਵਾਲ ਨਹੀਂ ਪੈਦਾ ਹੁੰਦਾ? ਮੈਂ ਤੁਹਾਨੂੰ ਔਰ- ਚਾਈਨਾ ਦੀ ਹਿਸਟਰੀ ਦੱਸਦਾ ਤੇ ਚਾਈਨਾ 'ਚ ਜਿਹੜਾ ਮਾਓ ਜਾਦੁੰਗ ਆਇਆ ਸੀਗਾ ਜਿਹਨੇ ਆਹ ਰੈਵੋਲੂਸ਼ਨ ਲਿਆਂਦਾ ਸੀ ਚਾਈਨਾ 'ਚ, ਜਿਹੜਾ ਰੀਸੈਂਟ ਆ, ਉਹ ਯੇਲ ਯੂਨੀਵਰਸਿਟੀ ਦਾ ਮੈਂਬਰ ਸੀਗਾ, ਜਿਹੜੀ ਉਹਨਾਂ ਨੇ ਬਣਾਈ ਹੋਈ ਆ ਸਕਲ ਐਂਡ ਬੋਨ, ਜਿਨ੍ਹਾਂ 'ਚੋਂ ਮੈਂਬਰ ਨਿਕਲੇ ਨੇ ਗਾਂ CIA ਦੇ ਬਣੇ ਨੇ, ਉਹ ਜਿਹੜੀ ਸੀਕ੍ਰੇਟ ਸੁਸਾਇਟੀ ਆ ਉਹਨਾਂ ਦਾ ਰਾਈਟਰ ਸੀਗਾ। ਸੋ ਚਾਈਨਾ 'ਚ ਤਾਂ ਪਹਿਲਾਂ ਇਹਨਾਂ ਨੇ ਇਹ ਚਾਈਨਾ ਨੂੰ ਬਿਲਡ ਅਪ ਇਹਨਾਂ ਨੇ ਕੀਤਾ ਇੰਨਾ ਸਟਰੋਂਗ। Yeah. ਇਹ ਡਿਕਟੇਟਰਸ਼ਿਪ ਕੀ ਇਹ ਸਟਾਈਲ ਚੱਲੇ, ਇਹਨੂੰ ਪ੍ਰਮੋਟ ਕਰਾਂਗੇ ਆਪਾਂ। ਤੁਸੀਂ ਦੇਖੋ ਬੜਾ ਕੀਤਾ ਵਾ। ਤੇ ਐਮਾਜ਼ੋਨ ਦੇ ਸ਼ੇਅਰ ਕਿੱਥੇ ਚਲੇ ਗਏ? ਚਾਈਨਾ ਦਾ ਪ੍ਰੋਡਕਟ ਵੇਚ ਕੇ। ਠੀਕ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਇੱਥੇ ਪੁੱਛਣਾ ਚਾਹੁੰਦੀ ਹਾਂ। ਮੈਨੂੰ ਪਿਛਲੇ ਦਿਨ ਪਤਾ ਲੱਗਿਆ ਸੀਗਾ ਕਿ ਚਾਈਨਾ ਨੇ ਹੁਣ ਅਗਲੇ ਕੁਝ ਮਹੀਨਿਆਂ ਤੱਕ ਜਾਂ ਸਾਲ ਤੱਕ ਜਿੱਦਾਂ ਉਹਨਾਂ ਨੇ 올림픽 ਗੇਮਸ ਹੈਗੀਆਂ ਨੇ, ਤੇ 올림픽 ਗੇਮਸ ਕਰਕੇ ਉਹਨਾਂ ਨੇ ਜਿਨ੍ਹਾਂ ਨੂੰ ਕੋਵਿਡ ਜਾਂ ਖੌਫ ਹੈ ਉਹਨਾਂ ਵਾਸਤੇ ਕੋਈ ਵੱਖਰਾ ਲੈਂਡ ਦੇ ਉੱਪਰ ਉਹਨਾਂ ਨੇ ਮੈਟਲ ਦੇ ਬਾਕਸਸ ਬਣਾਏ ਨੇ, ਤਿਆਰ ਕੀਤੇ ਨੇ ਲੱਕੜੀ ਦੇ ਤੇ ਮੈਟਲ ਦੇ, ਜਿਨ੍ਹਾਂ ਨੂੰ ਨੇਚਰਵਾਈਜ਼ ਜਾਂ ਕੋਈ ਵੀ ਕਰੋਨਾ ਦਾ ਸਿੰਪਟਮਸ ਹੈ ਉਹ ਲੋਕਾਂ ਨੂੰ ਉੱਥੇ ਜਾ ਕੇ ਉਹਨਾਂ ਨੂੰ ਰੱਖਣਗੇ ਕਿ ਬਾਕੀ ਚਾਈਨਾ ਦੇ ਵਿੱਚ ਕੋਵਿਡ ਦੀ ਬਿਮਾਰੀ ਨਾ ਆਵੇ ਤੇ ਅਸੀਂ 올림픽 ਗੇਮਾਂ ਆਰਾਮ ਨਾਲ। ਕੀ ਇਹ ਗੱਲ ਕਿਤੇ ਸੱਚ ਹੈ? ਇਹ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ, ਬਟ ਮੈਨੂੰ ਪਤਾ ਉਹ ਕਾਫੀ ਤਿਆਰੀਆਂ ਕਰ ਰਹੇ ਨੇ ਕਿ ਮਤਲਬ ਮੇਰੇ ਕੋ ਕੋਈ ਕੁਝ ਫੋਟੋਆਂ ਹੈਗੀਆਂ ਨੇ, ਸੋ ਆਈ ਵਿਲ ਸ਼ੇਅਰ ਇਨ ਦਾ ਗਰੁੱਪ। ਉਹਦੇ ਉੱਪਰ ਮੈਨੂੰ ਪਤਾ ਲੱਗਾ ਸੀ, ਮੈਂ ਕਿਹਾ ਜੇ ਥੋੜੀ ਜਾਣਕਾਰੀ ਹੋਈ, ਕਿਉਂਕਿ ਉਹ ਇਹੋ ਜਿਹਾ ਮਤਲਬ ਭਿਆਨਕ ਸੀਨ ਬਣਾ ਰਹੇ ਨੇ ਕਿ ਜਿਨ੍ਹਾਂ ਨੂੰ ਕਾਫੀ ਹੋਵੇ ਜਾਂ ਖੰਘ ਵੀ ਹੋਵੇ, ਕੁਝ ਵੀ ਸਿੰਪਟਮਸ, ਉਹਨਾਂ ਨੂੰ ਬਿਲਕੁਲ ਸੈਪਰੇਟ, ਜਿਹੜੇ ਉਹਨਾਂ ਦੇ ਲੋ ਨੂੰ ਐਕਸੈਪਟ ਨਹੀਂ ਕਰਦੇ ਨੇ, ਜਾਂ ਫਿਰ ਉਹਨਾਂ ਨੂੰ ਸ਼ੂਟ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ 4 ਸਾਲ ਵਾਸਤੇ ਜੇਲ੍ਹ ਵਿੱਚ ਭੇਜਿਆ ਜਾਏਗਾ। ਭੈਣ ਜੀ ਹਾਂਜੀ, ਇੰਨਾ ਆਪਣੇ ਇੱਕ ਮਿੰਟ ਤੋਂ ਥੋੜਾ ਰਹਿ ਗਿਆ ਬਸ, 30 ਸੈਕਿੰਡ ਹੀ ਨੇ, ਆਪਾਂ ਫਿਰ ਸਮਾਪਤੀ। ਹਾਂਜੀ ਵੀਰ ਜੀ, ਕਰਕੇ ਗੱਲ ਆਪਾਂ ਸਮਾਪਤੀ ਕਰਦੇ ਹਾਂ, ਫਿਰ ਅਗਲੀ ਵਾਰ ਕੰਟੀਨਿਊ ਕਰਾਂਗੇ। ਜਿਹੜਾ ਐਂਟੀ ਰੇਡੀਏਸ਼ਨ ਰੂਮ ਜ਼ਰੂਰ ਬਣਾ ਲਿਆ ਪੋਲੀਟੀਸ਼ੀਅਨਾਂ ਨੇ ਤੇ ਕਾਰਪੋਰੇਟ ਘਰਾਣਿਆਂ ਨੇ, ਬਿੱਲ ਗੇਟ ਵਰਗਿਆਂ ਨੇ ਆਪਣੇ ਘਰ ਵੀ ਜਿਹੜੇ ਆ ਉਹ ਐਂਟੀ ਰੇਡੀਏਸ਼ਨ ਬਣਾਏ ਪਏ ਆ, ਇਹ ਜ਼ਰੂਰ ਆ। ਬਿਲਕੁਲ। ਆਪਾਂ ਨਾਲੇ ਅਗਲੀ ਵਾਰ ਗੱਲ ਕਰਾਂਗੇ ਕਿੱਦਾਂ ਚਾਈਨਾ 'ਚ ਜਿਹੜੀ 올림픽ਸ ਹੋਣ ਵਾਲੀ ਹੈ ਉਹਦੇ 'ਚ ਰੋਬੋਟਸ ਨੂੰ ਕਿੱਦਾਂ ਜ਼ਿਆਦਾ ਵਰਤਿਆ ਜਾਣਾ, ਹਿਊਮਨਸ ਦੀ ਜਗ੍ਹਾ ਤੇ ਟਰਾਂਸਹਿਊਮਨਿਜ਼ਮ, ਪਰ ਆਪਾਂ ਉਹ ਅਗਲੀ ਵਾਰ ਗੱਲ ਕਰਾਂਗੇ। ਹੁਣ ਕਿਉਂਕਿ ਸੈਕਿੰਡ ਥੋੜੇ ਹੀ ਰਹਿ ਗਏ ਨੇ ਤੇ ਆਪਾਂ ਫਤਿਹ ਬੁਲਾ ਦਈਏ, ਫਿਰ ਅਗਲੀ ਵਾਰ ਫਿਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।